Hello to everyone. ਸੋ ਅੱਜ ਜਿਹੜਾ ਹੈਗਾ ਵਾ ਸਾਡਾ ਪਹਿਲਾ ਲੈਕਚਰ ਆਪਾਂ ਸ਼ੁਰੂਆਤ ਕਰਾਂਗੇ ਸਬਜੈਕਟ ਡਿਜੀਟਲ ਮਾਰਕੀਟਿੰਗ ਦੀ। ਸੋ ਇਹ ਡਿਜੀਟਲ ਮਾਰਕੀਟਿੰਗ ਜਿਹੜਾ ਹੈਗਾ ਵਾ ਬਹੁਤ ਹੀ ਇੱਕ ਇਸ ਵੇਲੇ ਇੱਕ ਇੰਪੋਰਟੈਂਟ ਜਿਹੜਾ ਹੈਗਾ ਮਾਰਕੀਟਿੰਗ ਦੇ ਵਿੱਚ ਜਿਹੜਾ ਹੈਗਾ ਇੰਪੋਰਟੈਂਟ ਫੀਲਡ ਹੈਗਾ ਵਾ ਔਰ ਥੋੜੀ ਦੇਰ ਤੱਕ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਚੱਲਦੇ ਪਏ ਜਿਸ ਤਰ੍ਹਾਂ ਦੇ ਨਾਲ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਆਨਲਾਈਨ ਹੁੰਦਾ ਪਿਆ ਕੰਮ ਸ਼ੁਰੂ ਤੇ ਜਿਹੜੀ ਟ੍ਰੈਡੀਸ਼ਨਲ ਮਾਰਕੀਟਿੰਗ ਹੈਗੀ ਆ ਉਹ ਲਗਭਗ ਜਿਹੜੀ ਹੈਗੀ ਆ ਉਹ ਬੰਦ ਹੀ ਹੋ ਜਾਏਗੀ ਤੇ ਜਿਹੜਾ ਆਉਣ ਵਾਲਾ ਟਾਈਮ ਹੈਗਾ ਵਾ ਉਸ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਹੈਗੀ ਮਾਰਕੀਟਿੰਗ ਉਹ ਡਿਜੀਟਲ ਮਾਰਕੀਟਿੰਗ ਦੇ ਥਰੂ ਹੀ ਜਿਹੜੀ ਹੈਗੀ ਹੋਏਗੀ। ਸੋ ਇਸ ਦੇ ਵਿੱਚ ਆਪਾਂ ਪੜਾਂਗੇ ਡਿਜੀਟਲ ਮਾਰਕੀਟਿੰਗ ਕੀ ਹੈਗੀ ਆ, ਇਸ ਤੋਂ ਇਲਾਵਾ ਮਾਰਕੀਟਿੰਗ ਬਾਰੇ ਜਾਣਾਂਗੇ ਮਾਰਕੀਟਿੰਗ ਕੀ ਹੁੰਦੀ ਆ ਤੇ ਜਿਹੜੀ ਟ੍ਰੈਡੀਸ਼ਨਲ ਮਾਰਕੀਟਿੰਗ ਤੇ ਡਿਜੀਟਲ ਮਾਰਕੀਟਿੰਗ ਦੇ ਵਿੱਚ ਕੀ ਫਰਕ ਹੈ। ਇਸ ਤੋਂ ਇਲਾਵਾ ਇਹਦੀ ਹਿਸਟਰੀ ਦੇ ਬਾਰੇ ਜਾਣਾਂਗੇ ਡਿਜੀਟਲ ਮਾਰਕੀਟਿੰਗ ਦੀ ਤੇ ਕੀ ਕੀ ਸਕਿੱਲਸ ਚਾਹੀਦੇ ਹੈਗੇ ਆ ਤੇ ਇੰਡੀਆ ਦੇ ਵਿੱਚ ਇਸ ਵੇਲੇ ਡਿਜੀਟਲ ਮਾਰਕੀਟਿੰਗ ਦੀ ਕੀ ਪੋਜੀਸ਼ਨ ਹੈਗੀ ਹੈ, ਸਾਰਾ ਕੁਝ ਪੜਾਂਗੇ ਆਪਾਂ। ਸੋ ਸਭ ਤੋਂ ਪਹਿਲਾਂ ਆਪਾਂ ਮਾਰਕੀਟਿੰਗ ਕੀ ਹੁੰਦੀ ਹੈ। So marketing refers to activities a company undertakes to promote the buying or selling of a product or service. Marketing includes advertising, selling, and delivering products to consumers or other businesses. Some marketing is done by affiliates on behalf of a company. So ਉਹ ਸਾਰੀਆਂ ਦੀਆਂ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਆਪਾਂ ਆਪਣੇ ਪ੍ਰੋਡਕਟ ਨੂੰ ਸੈਲ ਕਰਨ ਦੇ ਲਈ ਆਪਣੀ ਕੋਈ ਵੀ ਸਾਡੀ ਚੀਜ਼ ਹੈ ਬਣਾਈ ਹੈ ਅਸੀਂ ਜਾਂ ਸਰਵਿਸ ਹੈਗੀ ਆ ਆਪਾਂ ਪ੍ਰੋਵਾਈਡ ਕਰਦੇ ਪਏ ਆ, ਠੀਕ ਹੈ, ਜਿੱਦਾਂ ਕੋਈ ਕੰਪਿਊਟਰ ਹੈ, ਲੈਪਟਾਪ ਹੈ ਜਾਂ ਸੌਫਟਵੇਅਰ ਕੋਈ ਡਿਵੈਲਪ ਕੀਤੀ ਹੈ ਆਪਾਂ, ਠੀਕ ਹੈ, ਜਾਂ ਆਪਾਂ ਮੰਨ ਲਓ ਹੋਟਲ ਦੇ ਵਿੱਚ ਜਿਹੜੀ ਹੈਗੀ ਆ ਕੋਈ ਫੂਡ ਜਿਹੜਾ ਹੈਗਾ ਪ੍ਰੋਵਾਈਡ ਕਰਦੇ ਪਏ, ਸਰਵਿਸ ਪ੍ਰੋਵਾਈਡ ਕਰਦੇ ਪਏ ਆ, ਠੀਕ ਹੈ, ਸਰਵਿਸ ਪ੍ਰੋਵਾਈਡ ਕਰਦੇ ਪਏ, ਜਿੱਦਾਂ ਕਾਰ ਦੀ ਸਰਵਿਸ ਹੋ ਗਈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਜਦੋਂ ਉਸ ਨੂੰ ਆਪਾਂ ਜਿਹੜਾ ਹੈਗਾ ਵਾ ਐਡਵਰਟਾਈਜ਼ ਕਰਦੇ ਆ, ਸੈਲ ਕਰਦੇ ਆ ਤੇ ਪ੍ਰੋਡਕਟ ਨੂੰ ਡਿਲੀਵਰ ਕਰਦੇ ਆ, ਠੀਕ ਹੈ। ਸੋ ਉਸ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਵਾ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਵਾ ਉਹਨੂੰ ਆਪਾਂ ਕਹਿੰਦੇ ਆ ਮਾਰਕੀਟਿੰਗ। So professionals who work in a corporation's marketing and promotion departments seek to get the attention of key potential audiences through advertising. Promotions are targeted to certain audiences and may involve celebrity endorsements, catchy phrases or slogans, etc. So ਇਸ ਦੇ ਵਿੱਚ ਕੀ ਹੈਗਾ ਵਾ ਕਿ ਜਿਹੜੀ ਮਾਰਕੀਟਿੰਗ ਹੈਗੀ ਆ ਉਸ ਦੇ ਵਿੱਚ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਕੰਮ ਦੇ ਉੱਤੇ ਲਾਉਂਦੇ ਆ ਕਿਉਂਕਿ ਮਾਰਕੀਟਿੰਗ ਇੱਕ ਸਪੈਸ਼ਲਾਈਜ਼ਡ ਕੰਮ ਹੈਗਾ ਵਾ। ਇਹਦੇ ਲਈ ਜਿਹੜੀ ਹੈਗੀ ਆ ਬਹੁਤ ਹੀ ਜ਼ਬਰਦਸਤ ਸਕਿੱਲ ਸੈੱਟ ਜਿਹੜਾ ਹੈਗਾ ਸਾਨੂੰ ਚਾਹੀਦਾ ਹੈਗਾ। ਸੋ ਉਸ ਦੇ ਵਿੱਚ ਮਾਰਕੀਟਿੰਗ ਦੇ ਲਈ ਇੱਕ ਤਾਂ ਪ੍ਰੋਫੈਸ਼ਨਲਸ ਨੂੰ ਆਪਾਂ ਯੂਜ਼ ਕਰਦੇ ਹਾਂ, ਦੂਸਰਾ ਜਿਹੜਾ ਹੈਗਾ ਪ੍ਰਮੋਸ਼ਨਸ ਦੇ ਲਈ ਆਪਾਂ ਜਿਹੜੀ ਹੈਗੀ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਯੂਜ਼ ਕਰਦੇ ਆ, ਜਿੱਦਾਂ ਜਿਹੜੀ ਹੈਗੀ ਆ ਕੁਝ ਖਾਸ ਤਰ੍ਹਾਂ ਦੇ ਜਿਹੜੇ ਹੈਗੇ ਆ ਗ੍ਰਾਹਕ ਸਾਡੇ ਹੁੰਦੇ ਆ ਜਾਂ ਜਿਹੜੇ ਕਲਾਇੰਟਸ ਹੁੰਦੇ ਆ ਜਾਂ ਜਿਹੜਾ ਸਾਨੂੰ ਪਤਾ ਵਾ ਵੀ ਇਹ ਸਾਡੀ ਚੀਜ਼ ਖਰੀਦ ਸਕਦੇ ਆ, ਉਹਨਾਂ ਨੂੰ ਆਪਾਂ ਟਾਰਗੇਟ ਕਰਦੇ ਆ। ਉਹਦੇ ਵਿੱਚ ਸੈਲੀਬ੍ਰਿਟੀਜ਼ ਨੂੰ ਯੂਜ਼ ਕਰ ਸਕਦੇ ਆ ਆਪਾਂ, ਉਹਦੇ ਵਿੱਚ ਕੋਈ ਕੈਚੀ ਫਰੇਜ਼ਸ ਜਿਹੜੇ ਹੈਗੇ ਆ, ਠੀਕ ਹੈ, ਜਾਂ ਸਲੋਗਨਸ ਜਿਹੜੇ ਹੈਗੇ ਆ, ਜਾਂ ਪੈਕੇਜਿੰਗ ਹੋ ਗਈ ਜਾਂ ਗ੍ਰਾਫਿਕ ਡਿਜ਼ਾਈਨ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਉਸ ਦੇ ਵਿੱਚ ਯੂਜ਼ ਕਰਦੇ ਹਾਂ। ਜਦੋਂ ਤੁਸੀਂ ਲੇਜ਼ ਦੇ ਪੈਕਟ ਦੇਖਦੇ ਆ, ਠੀਕ ਆ, ਉਸ ਦੇ ਉੱਤੇ ਬੜੀ ਉਹਨਾਂ ਨੇ ਜਿਹੜੀ ਹੈਗੀ ਆ ਕੋਈ ਨਾ ਕੋਈ ਉਹਦੇ ਵਿੱਚ ਕੈਚੀ ਲਾਈਨ ਜਿਹੜੀ ਹੈਗੀ ਆ ਲਿਖੀ ਹੁੰਦੀ ਆ, ਠੀਕ ਹੈ, ਉਸ ਦੇ ਬਾਰੇ ਟੇਸਟ ਦੇ ਬਾਰੇ ਜਾਂ ਮਤਲਬ ਉਸ ਤੋਂ ਸਾਨੂੰ ਕੀ ਬੈਨੀਫਿਟ ਹੁੰਦਾ ਹੈਗਾ। ਸੋ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਵਾ ਇਹ ਇਸ ਚੀਜ਼ ਦੇ ਵਿੱਚ ਆ ਜਾਂਦਾ ਹੈਗਾ, ਮਾਰਕੀਟਿੰਗ ਸਟ੍ਰੈਟਜੀ ਦੇ ਵਿੱਚ ਆ ਜਾਂਦਾ ਹੈਗਾ। So marketing refers to all activities a company does to promote and sell products or services to consumers. Marketing makes use of the marketing mix, also known as the 4 Ps: product, price, place, and promotion. At its core, marketing seeks to take a product or service, identify its ideal customers, and draw the customer's attention to the product or service available. ਸੋ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਮਾਰਕੀਟਿੰਗ
ਜਿਹੜੀ ਹੈਗੀ ਆ ਮਿਕਸ ਜਿਹੜਾ ਹੈਗਾ ਵਾ ਉਹਨੂੰ ਯੂਜ਼ ਕਰਦੇ ਆ, ਜਿਹਦੇ ਵਿੱਚ 4 ਪੀਸ ਹੁੰਦੀਆਂ ਵਾ। 4 ਪੀਸ ਜਿਹੜੀਆਂ ਹੈਗੀਆਂ ਵਾ, ਉਹ ਇੱਕ ਤਾਂ ਪ੍ਰੋਡਕਟ ਹੋ ਗਈ ਇਟਸੈਲਫ, ਇੱਕ ਉਹਦੀ ਕਿੰਨੀ ਕੀਮਤ ਹੈਗੀ ਆ, ਉਹ ਕਿਸ ਜਿਹੜੀ ਹੈਗੀ ਆ ਜਗ੍ਹਾ ਦੇ ਉੱਤੇ ਆਪਾਂ ਵੇਚਣੀ ਹੈਗੀ ਆ, ਤੇ ਉਸ ਦੀ ਜਿਹੜੀ ਹੈਗੀ ਕੀ ਪ੍ਰਮੋਸ਼ਨ ਕਰਨੀ ਹੈਗੀ। ਸੋ ਇਸ ਦੇ ਵਿੱਚ ਜਿਹੜੇ ਹੈਗੇ ਆ, ਆਪਾਂ ਜਿਹੜੇ ਕਸਟਮਰ ਆਈਡੀਅਲ ਕਸਟਮਰਸ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਦੇ ਹੈਗੇ ਆ, ਤੇ ਉਹਨਾਂ ਦੀ ਅਟੈਂਸ਼ਨ ਆਪਣੇ ਵੱਲ ਖਿੱਚਦੇ ਆ ਕਿ ਹਾਂ ਜੀ ਇਹ ਜਿਹੜੀ ਚੀਜ਼ ਹੈਗੀ ਆ ਇਹ ਤੁਹਾਡੇ ਲਈ ਬਹੁਤ ਵਧੀਆ ਹੈਗੀ ਆ ਤੇ ਇਸ ਨੂੰ ਖਰੀਦੋ। ਸੋ ਕਸਟਮਰਸ ਦਾ ਧਿਆਨ ਖਿੱਚਣ ਦੀ ਆਪਾਂ ਕੋਸ਼ਿਸ਼ ਕਰਦੇ ਹੈਗੇ। ਸੋ ਹੁਣ ਆਪਾਂ ਆ ਜਾਂਦੇ ਹੈਗੇ ਆ ਅੱਗੇ ਹਿਸਟਰੀ ਆਫ ਡਿਜੀਟਲ ਮਾਰਕੀਟਿੰਗ। ਸੋ ਜਿਹੜੇ ਮੇਨ ਸਾਡਾ ਟੌਪਿਕ ਹੈਗਾ ਦੈਟ ਇਜ਼ ਡਿਜੀਟਲ ਮਾਰਕੀਟਿੰਗ। ਸੋ ਮਾਰਕੀਟਿੰਗ ਦੇ ਬਾਰੇ ਤੁਹਾਨੂੰ ਦੱਸਦਾ ਕਿ ਮਾਰਕੀਟਿੰਗ ਬੇਸਿਕਲੀ ਕੀ ਹੈਗੀ ਆ। ਸੋ ਇੱਕ ਕਸਟਮਰ ਜਿਹੜਾ ਹੈਗਾ ਸਾਡਾ, ਇੱਕ ਪਰਟੀਕੂਲਰ ਕਸਟਮਰ ਆ ਸਾਡੇ ਕੋਲ, ਅਸੀਂ ਉਸਦਾ ਧਿਆਨ ਖਿੱਚਦੇ ਹਾਂ। ਉਹਦੇ ਲਈ ਆਪਾਂ ਪ੍ਰੋਫੈਸ਼ਨਲਸ ਨੂੰ ਯੂਜ਼ ਕਰਦੇ ਹਾਂ, ਕੈਚੀ ਫਰੇਜ਼ਸ ਯੂਜ਼ ਕਰਦੇ ਹਾਂ, ਸੈਲੀਬ੍ਰਿਟੀਜ਼ ਯੂਜ਼ ਕਰਦੇ ਹਾਂ, ਪੈਕੇਜਿੰਗ ਜਿਹੜੀ ਹੈਗੀ ਆ ਅਟਰੈਕਟਿਵ ਪੈਕੇਜਿੰਗ ਯੂਜ਼ ਕਰਦੇ ਆ, ਜਾਂ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਵਾ ਕੋਈ ਡਿਸਕਾਊਂਟ ਦਿੰਦੇ ਆ। ਠੀਕ ਹੈ, ਜਿੱਦਾਂ ਕਹਿ ਦਿੰਦੇ ਆਪਾਂ ਕਿ ਜਿੱਦਾਂ ਆਮ ਤੌਰ ਤੇ ਆ ਜਾਂਦਾ ਐਮਾਜ਼ੋਨ ਦੇ ਉੱਤੇ ਤੁਸੀਂ ਜਦੋਂ ਕਰਦੇ ਹੈਗੇ ਆ, ਤੇ ਉਹਦੇ ਵਿੱਚ ICICI ਬੈਂਕ, HDFC ਬੈਂਕ ਜਾਂ SBI ਉਹ ਤੁਹਾਨੂੰ ਕਹਿੰਦੇ ਕਿ ਜੇ ਤੁਸੀਂ SBI ਦਾ ਜਿਹੜਾ ਕ੍ਰੈਡਿਟ ਕਾਰਡ ਯੂਜ਼ ਕਰਦੇ ਆ ਤਾਂ 10% ਡਿਸਕਾਊਂਟ ਹੈਗੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ, ਇਹ ਸਾਰੇ ਦਾ ਸਾਰਾ ਜਿਹੜਾ ਹਿੱਸਾ ਹੈਗਾ। So history of digital marketing. The term digital marketing was first used in the 1990s. The digital age took off with the coming of the internet and the development of the web 1.0 platform. ਜਿਹੜਾ ਪਲੇਟਫਾਰਮ ਹੈਗਾ ਵੈਬ 1.0 ਤੇ ਅੱਜ ਕੱਲ੍ਹ ਜਿਹੜਾ ਹੈਗਾ ਵੈਬ 2.0 ਪਲੇਟਫਾਰਮ, ਦੋ ਤਰ੍ਹਾਂ ਦੇ ਪਲੇਟਫਾਰਮ ਹੈਗੇ ਆ। ਸੋ ਜਿਹੜਾ ਵੈਬ 1.0 ਪਲੇਟਫਾਰਮ ਸੀਗਾ, ਇਹ ਪਹਿਲਾਂ ਸ਼ੁਰੂਆਤ ਦੇ ਵਿੱਚ ਸੀਗਾ। ਇਹਦੇ ਵਿੱਚ ਜਿਹੜਾ ਹੈਗਾ ਵਾ ਉਹ ਇਨਫੋਰਮੇਸ਼ਨ ਨੂੰ ਤੁਸੀਂ ਸਰਚ ਕਰ ਸਕਦੇ ਸੀ ਇਸ ਦੇ ਵਿੱਚ, ਪਰ ਇਸ ਦੇ ਵਿੱਚ ਸ਼ੇਅਰ ਨਹੀਂ ਸੀ ਕਰ ਸਕਦੇ। ਪਰ ਹੁਣ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਸਾਰਾ ਕੁਝ ਜਿਹੜਾ ਹੈਗਾ ਪੋਸੀਬਲ ਹੈਗਾ ਇਸ ਦੇ ਵਿੱਚ, ਜਿਹੜਾ 2.0 ਪਲੇਟਫਾਰਮ ਹੈਗਾ। The Web 1.0 platform allowed users to find the information they wanted, but did not allow them to share this information over the web. Up until then, marketers worldwide were still unsure of the digital platform. They were not sure if their strategies would work since the internet had not yet seen widespread deployment. ਸੋ ਇਹ ਹਿਸਟਰੀ ਹੈ ਕਿ 1990 ਦੇ ਵਿੱਚ ਸ਼ੁਰੂਆਤ ਹੋਈ ਹੈ ਇਸ ਚੀਜ਼ ਦੀ, ਜਦੋਂ ਵੈਬ 1.0 ਪਲੇਟਫਾਰਮ ਆ ਗਿਆ ਸਾਡੇ ਕੋਲ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਇੱਕ ਲਿਮਟਿਡ ਜਿਹੜੀ ਹੈਗੀ ਆ ਯੂਜ਼ਰਸ ਨੂੰ ਜਿਹੜੀ ਸੀਗੀ ਇਨਫੋਰਮੇਸ਼ਨ ਨੂੰ ਸਰਚ ਕਰਨ ਦੀ ਕੈਪੇਬਿਲਿਟੀ ਇਹਨੇ ਪ੍ਰੋਵਾਈਡ ਕਰ ਦਿੱਤੀ। ਹਾਲਾਂਕਿ ਉਸ ਵੇਲੇ ਜਿਹੜੇ ਹੈਗੇ ਆ ਜਿੰਨੇ ਵੀ ਜਿਹੜੇ ਹੈਗੇ ਆ ਮਾਰਕੀਟ ਜਿਹੜੇ ਸਟ੍ਰੈਟਜੀ ਬਣਾਉਂਦੇ ਸੀਗੇ, ਮਾਰਕੀਟਿੰਗ ਕਰਦੇ ਸੀਗੇ, ਉਹਨਾਂ ਨੂੰ ਇਹ ਜਿਹੜਾ ਹੈਗਾ ਵਾ ਸ਼ੋਰ ਨਹੀਂ ਸੀ ਹੈਗਾ ਕਿ ਇਹ ਮਤਲਬ ਕਿੰਨਾ ਕੁ ਕਾਮਯਾਬ ਹੋਏਗਾ। ਪਰ ਜਦੋਂ ਥੋੜ੍ਹਾ ਜਿਹਾ ਟਾਈਮ ਲੰਘ ਗਿਆ, ਫਿਰ ਉਸ ਦੇ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਚੇਂਜ ਹੋ ਗਈਆਂ। In 1994, the first clickable banner went live, after which Hotwire purchased a few banner ads for their advertising. This marked the beginning of the transition to the digital era of marketing. Because of this gradual shift, the year 1994 saw new technologies enter the digital marketplace. The very same year, Yahoo was launched. So 1994 ਦੇ ਵਿੱਚ ਫਸਟ ਜਿਹੜਾ ਹੈਗਾ ਵਾ ਸਭ ਨੂੰ ਪਹਿਲਾ ਜਿਹੜਾ ਹੈਗਾ ਬੈਨਰ ਸੀਗਾ ਉਹ ਹੌਟਵਾਇਰਡ ਜਿਹੜੀ ਹੈਗੀ ਆ ਉਹਨਾਂ ਨੇ ਪਰਚੇਜ ਕੀਤਾ ਸੀਗਾ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਸ਼ੁਰੂਆਤ ਹੋ ਗਈ ਸੀ ਡਿਜੀਟਲ ਮਾਰਕੀਟਿੰਗ ਦੀ, ਤੇ 1994 ਦੇ ਵਿੱਚ ਜਿਹੜੀ ਹੈਗੀ ਆ ਉਹ ਯਾਹੂ ਜਿਹੜੀ ਹੈਗੀ ਆ ਉਹਨੂੰ ਲਾਂਚ ਕਰ ਦਿੱਤਾ ਸੀਗਾ। ਇਹ ਜਿਹੜੀ ਹੈਗੀ ਤੁਸੀਂ ਦੇਖਦੇ ਪਏ ਇਮੇਜ, ਇਹ ਉਹ ਪਹਿਲਾ ਬੈਨਰ ਹੈਗਾ ਵਾ ਜਿਹੜਾ ਆਨਲਾਈਨ ਜਿਹੜਾ ਹੈਗਾ ਵਾ ਬੈਨਰ ਡਿਜੀਟਲ ਐਡਵਰਟਾਈਜ਼ਮੈਂਟ ਜਦੋਂ ਸ਼ੁਰੂਆਤ ਹੋਈ ਸੀਗੀ। ਸੋ ਇਹਦੇ ਵਿੱਚ ਲਿਖਿਆ ਹੈਗਾ ਕਿ ਹੈਵ ਯੂ ਐਵਰ ਕਲਿਕਡ ਯੂਰ ਮਾਊਸ ਰਾਈਟ ਹੇਅਰ, ਐਂਡ ਉਸ ਦੇ ਵਿੱਚ ਅੱਗੇ ਲਿਖਿਆ ਸੀ ਯੂ ਵਿਲ। ਸੋ ਇਹਦੇ ਨਾਲ ਜਿਹੜੀ ਸਾਡੀ ਡਿਜੀਟਲ ਮਾਰਕੀਟਿੰਗ ਦੀ ਸ਼ੁਰੂਆਤ ਹੋ ਗਈ ਸੀ। ਉਸੇ ਈਅਰ ਦੇ ਵਿੱਚ ਜਿਹੜਾ ਹੈਗਾ ਯਾਹੂ ਜਦੋਂ ਲਾਂਚ ਕੀਤਾ ਗਿਆ ਸੀ, ਯਾਹੂ ਸਰਚ ਇੰਜਨ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ, ਠੀਕ ਹੈ, ਇਸ ਤਰ੍ਹਾਂ ਦਾ ਦਿਸਦਾ ਸੀਗਾ ਜਿਸ ਤਰ੍ਹਾਂ ਦੀ ਇਮੇਜ ਦੇ ਵਿੱਚ ਸ਼ੋਅ ਕੀਤਾ ਗਿਆ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਯਾਹੂ ਜਿਹੜਾ ਹੈਗਾ ਦੈਟ ਰਿਸੀਵਡ ਕਲੋਜ਼ ਟੂ 1 ਮਿਲੀਅਨ ਹਿੱਟਸ ਵਿਦਨ ਦਾ ਫਸਟ ਈਅਰ। ਠੀਕ ਹੈ, ਸੋ ਇਸ ਦੇ ਵਿੱਚ ਜਿਹੜੇ ਹੈਗੇ ਆ ਯਾਹੂ ਜਿਹੜਾ ਸੀਗਾ ਉਹਨੂੰ ਜਿਹੜੀ ਹੈਗੀ ਆ 1 ਮਿਲੀਅਨ ਜਿਹੜੀਆਂ ਹਿੱਟਸ ਸੀਗੀਆਂ, ਉਹ ਇੰਨੇ ਯੂਜ਼ਰਸ ਨੇ ਜਿਹੜਾ ਹੈਗਾ ਵਾ ਉਸ ਨੂੰ 1 ਮਿਲੀਅਨ 10 ਲੱਖ ਯੂਜ਼ਰਸ ਨੇ
ਨੂੰ ਅਸੈਸ ਕੀਤਾ। This prompted wholesale changes in the digital marketing space, with companies optimizing their websites to pull in higher search engine rankings. 1996 saw the launch of a couple of more search engines and tools like Hotbot, LookSmart, and Alexa. ਸੋ ਇਹਦੇ ਨਾਲ ਹੀ ਜਦੋਂ ਇੰਨੇ ਸਾਰੇ ਯੂਜ਼ਰ ਯਾਹੂ ਦੇ ਉੱਤੇ ਚੱਲ ਗਏ, ਨਾਲ ਹੀ ਚੇਂਜਸ ਹੋਣੀਆਂ ਸ਼ੁਰੂ ਹੋ ਗਈਆਂ। ਕੰਪਨੀਆਂ ਨੇ ਆਪਣੀਆਂ ਵੈਬਸਾਈਟਸ ਜਿਹੜੀਆਂ ਆਪਟੀਮਾਈਜ਼ ਕਰ ਲਈਆਂ ਸਰਚ ਇੰਜਨ ਦੇ ਰੈਂਕਿੰਗ ਦੇ ਹਿਸਾਬ ਨਾਲ, ਤਾਂ ਜੋ ਸਰਚ ਇੰਜਨ ਦੇ ਵਿੱਚ ਜਦੋਂ ਕੋਈ ਸਰਚ ਮਾਰੇ ਤੇ ਸਾਡੀ ਸਾਈਟ ਜਿਹੜੀ ਹੈਗੀ ਆ ਉਹ ਸਭ ਨੂੰ ਉੱਪਰ ਸ਼ੋ ਹੋਵੇ। ਉਸ ਤੋਂ ਬਾਅਦ ਜਿਹੜੇ ਹੈਗੇ ਆ ਸਰਚ ਇੰਜਨ ਟੂਲਸ ਜਿਹੜੇ ਸੀ, ਹੌਟਬੋਟ, ਲੁੱਕ ਸਮਾਰਟ ਐਂਡ ਅਲੈਕਸਾ, ਇੱਦਾਂ ਦੇ ਜਿਹੜੇ ਟੂਲਸ ਜਿਹੜੇ ਹੈਗੇ ਆ। ਇਹ ਹੌਟਬੋਟ ਹੈਗਾ ਵਾ, ਇਸ ਤਰ੍ਹਾਂ ਦਾ ਲੱਗਦਾ ਸੀ ਆ ਟੂਲ, ਠੀਕ ਆ। ਉਸ ਤੋਂ ਬਾਅਦ ਫਿਰ ਇਹ ਲੁੱਕ ਸਮਾਰਟ ਸੀਗਾ, ਇਹ ਵੀ ਇਹਨਾਂ ਦਾ ਸਰਚ ਇੰਜਨ ਸੀਗਾ। ਸੋ ਉਹਦੇ ਵਿੱਚ ਡਾਇਰੈਕਟਰੀ, ਵੈਬ ਆਰਟੀਕਲਸ ਸਰਚ ਕਰ ਸਕਦੇ ਸੀ ਤੁਸੀਂ। Then in 1990 saw the birth of Google. Microsoft launched the MSN search engine and Yahoo brought to the market Yahoo Web Search. 2 years later, the internet bubble burst and all the smaller search engines were either left behind or wiped out, leaving more space for the giants in the business. The digital marketing world saw its first steep surge in 2006 when search engine traffic was reported to have grown to about 6.4 billion in a single month. Not one to get left behind, Microsoft put MSN on the back burner and launched live search to compete with Google and Yahoo. So ਸਭ ਨੂੰ ਪਹਿਲਾਂ Yahoo ਆਇਆ, ਉਸ ਤੋਂ ਬਾਅਦ 1998 ਦੇ ਵਿੱਚ Google ਆ ਗਿਆ, ਤੇ 2006 ਦੇ ਵਿੱਚ ਜਿਹੜਾ ਹੈਗਾ 6.4 ਬਿਲੀਅਨ ਜਿਹੜੇ ਸੀਗੇ ਜਿਹੜੀ ਸੀਗੀ ਉਹ ਸਰਚ ਇੰਜਨ ਦੇ ਵਿੱਚ ਟ੍ਰੈਫਿਕ ਰਿਪੋਰਟ ਕੀਤੀ ਗਈ, ਠੀਕ ਹੈ। ਉਸ ਤੋਂ ਬਾਅਦ ਮਾਈਕਰੋਸਾਫਟ ਵੀ ਵਿੱਚ ਜੰਪ ਕਰ ਗਿਆ ਤੇ ਉਹਨਾਂ ਨੇ ਆਪਣਾ ਜਿਹੜਾ MSN ਜਿਹੜਾ ਸਰਚ ਇੰਜਨ ਸੀਗਾ ਉਹਨੂੰ ਛੱਡ ਕੇ ਨਾਲ ਲਾਈਵ ਸਰਚ ਜਿਹੜਾ ਹੈਗਾ ਵਾ ਉਹ ਨਾਲ ਹੀ ਹੋ ਗਿਆ। ਸੋ ਤਿੰਨ ਜਾਣੇ ਉਸ ਵੇਲੇ ਮੇਨ ਕੰਪੀਟੀਸ਼ਨ ਦੇ ਵਿੱਚ ਆ ਗਿਆ, ਗੂਗਲ, ਯਾਹੂ ਤੇ MSN। ਸੋ ਇਹ 1998 ਦੇ ਵਿੱਚ ਗੂਗਲ ਜਦੋਂ ਲਾਂਚ ਹੋਇਆ ਸੀਗਾ, ਗੂਗਲ ਸਰਚ ਇੰਜਨ ਇਸ ਤਰ੍ਹਾਂ ਦਾ ਲੱਗਦਾ ਸੀ, ਤੇ ਇਹ MSN ਸਰਚ ਇੰਜਨ ਸੀਗਾ 1998 ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਹੈਗਾ ਵਾ then came Web 2.0 where people became more active participants rather than remain passive users. Web 2.0 allowed users to interact with other users and businesses. Labels like super information highway began to be applied to the internet. As a result, information flow volumes, including channels utilized by digital marketers, increased manifold, and by 2004, internet advertising and marketing in the US alone brought in around $2.9 billion. ਸੋ ਇੰਨੀ ਜ਼ਿਆਦਾ ਜਿਹੜੀ ਸੀਗੀ ਉਸ ਦੇ ਵਿੱਚ ਜਿਹੜੀ ਹੈਗੀ Web 2.0 ਆਉਣ ਦੇ ਨਾਲ ਹੀ ਜ਼ਬਰਦਸਤ ਜਿਹੜੀ ਹੈਗੀ ਆ ਇਸ ਦੇ ਵਿੱਚ ਜਿਹੜੀ ਹੈਗੀ ਆ ਡਿਜੀਟਲ ਮਾਰਕੀਟਿੰਗ ਦੇ ਵਿੱਚ ਬੜਾ ਜ਼ਬਰਦਸਤ ਜਿਹੜਾ ਹੈਗਾ ਵਾ ਉਛਾਲ ਆਇਆ, ਠੀਕ ਹੈ। ਔਰ ਇੰਨਾ ਜ਼ਿਆਦਾ ਪੈਸਾ ਇਹਦੇ ਵਿੱਚ ਜਿਹੜਾ ਹੈਗਾ ਵਾ ਆਉਣਾ ਸ਼ੁਰੂ ਹੋ ਗਿਆ, ਇਹਨੂੰ ਸੁਪਰ ਇਨਫੋਰਮੇਸ਼ਨ ਹਾਈਵੇ ਦਾ ਨਾਂ ਦੇ ਦਿੱਤਾ ਉਹਨਾਂ ਨੇ। ਸੋ ਇਸ ਦੇ ਨਾਲ ਹੀ ਜਿਹੜਾ ਹੈਗਾ ਡਿਜੀਟਲ ਮਾਰਕੀਟਿੰਗ ਜਿਹੜੀ ਸੀਗੀ ਉਹ ਮਤਲਬ ਇੱਦਾਂ ਦੇ ਰਸਤੇ ਤੇ ਤੁਰ ਪਈ ਜਿੱਥੋਂ ਵਾਪਸ ਜਿਹੜਾ ਸੀਗਾ ਉਹਦਾ ਕੋਈ ਆਉਣ ਦਾ ਨਹੀਂ ਸੀ ਹੈਗਾ ਰਸਤਾ। ਸੋ ਉਸ ਤੋਂ ਅੱਗੇ ਇਹ ਵੱਧਦਾ ਹੀ ਗਿਆ ਹਮੇਸ਼ਾ ਲਈ, ਤੇ ਹੁਣ ਇਸ ਵੇਲੇ ਤਾਂ ਮਤਲਬ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਰਿਕਾਰਡ ਤੋੜ ਦਿੱਤੇ ਹੈਗੇ ਨੇ। Then soon social networking sites began to emerge. MySpace was the first social networking site to arrive, soon followed by Facebook. Many companies realized all these fresh new sites that were popping up were beginning to open new doors of opportunities to the market their products and brands. It opened fresh avenues for businesses and signaled the beginning of the new chapter to business. With new resources, they needed new approaches to promote their brands and capitalize on the social network platform. ਸੋ ਜਿਉਂ ਹੀ ਇਹ ਹੋਇਆ ਨਾਲ ਦੀ ਨਾਲ ਹੀ ਸਭ ਨੂੰ ਪਹਿਲਾਂ MySpace ਜਿਹੜੀ ਸੀਗੀ ਸੋਸ਼ਲ ਨੈਟਵਰਕਿੰਗ ਸਾਈਟ ਆ ਗਈ, ਲੋਕਾਂ ਦੀ ਨੈਟਵਰਕਿੰਗ ਸਾਈਟ ਆ ਗਈ। ਉਹਦੇ ਵਿੱਚ ਲੋਕੀ ਆਪਣੀਆਂ ਚੀਜ਼ਾਂ, ਆਪਣੀਆਂ ਪਿਕਚਰਸ, ਆਪਣੀਆਂ ਵੀਡੀਓਜ਼, ਆਪਣੇ ਪ੍ਰੋਫਾਈਲ ਬਣਾ ਸਕਦੇ ਸੀਗੇ। ਉਸ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਫੇਸਬੁੱਕ ਆ ਗਈ। ਫੇਸਬੁੱਕ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਣ ਗਿਆ ਡਿਜੀਟਲ ਮਾਰਕੀਟਿੰਗ ਦੇ ਲਈ ਬੜਾ ਜ਼ਬਰਦਸਤ। ਸੋ ਉਸ ਦੇ ਨਾਲ ਇਹ ਸਾਰੀ ਜਿਹੜੀ ਹੈਗੀ ਇੱਕ ਅਲੱਗ ਤਰ੍ਹਾਂ ਦੀ ਸ਼ੁਰੂਆਤ ਹੋ ਗਈ। ਸਰਚ ਇੰਜਨ ਜਿਹੜਾ ਸੀਗਾ ਪਹਿਲਾਂ ਯਾਹੂ ਆਇਆ, ਯਾਹੂ ਤੋਂ ਸ਼ੁਰੂਆਤ ਹੋਈ, ਠੀਕ ਹੈ। ਉਸ ਤੋਂ ਪਹਿਲਾਂ ਐਡ ਬੈਨਰ, ਮਤਲਬ ਸ਼ੁਰੂਆਤ ਹੋਈ ਸਭ ਨੂੰ ਪਹਿਲਾਂ ਬੈਨਰ ਤੋਂ ਬਾਅਦ ਯਾਹੂ ਵਾਲੇ ਆ ਗਏ। ਯਾਹੂ ਜਦੋਂ ਲੋਕਾਂ ਨੇ ਦੇਖਿਆ ਕਿ ਯਾਹੂ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਲੋਕੀ ਆਉਣੇ ਸ਼ੁਰੂ ਹੋ ਗਏ, ਫਿਰ ਗੂਗਲ ਆ ਗਿਆ, ਗੂਗਲ ਦੇ ਨਾਲ ਮਾਈਕਰੋਸਾਫਟ ਲਾਈਵ ਆ ਗਿਆ,
ਮਾਈਕਰੋਸੌਫਟ ਲਾਈਵ ਆਉਣ ਦੇ ਨਾਲ ਹੀ ਜਿਉਂ ਹੀ ਹੋਰ ਬੜਿਆ ਰੈਵਨਿਊ ਹੋਰ ਜਨਰੇਟ ਹੋਇਆ, ਪੈਸਾ ਹੋਰ ਜਨਰੇਟ ਹੋਇਆ ਤੇ ਸੋਸ਼ਲ ਨੈਟਵਰਕਿੰਗ ਸਾਈਟਸ ਆ ਗਈਆਂ। ਸੋ ਸੋਸ਼ਲ ਨੈਟਵਰਕਿੰਗ ਸਾਈਟਸ ਆਉਣ ਦੇ ਨਾਲ ਜਿਹੜੀ ਹੈਗੀ ਆ ਫੇਸਬੁੱਕ ਮਾਈ ਸਪੇਸ ਆਉਣ ਦੇ ਨਾਲ ਹੋਰ ਜ਼ਬਰਦਸਤ ਹੋ ਗਿਆ। ਇਹ ਜਿਹੜੀ ਹੈਗੀ ਆ ਜਿਹੜੀ ਮਾਈ ਸਪੇਸ ਸੀਗੀ 2003 ਦੇ ਵਿੱਚ ਲਾਂਚ ਹੋਈ, ਇਸ ਤਰ੍ਹਾਂ ਦੀ ਸੀਗੀ ਸੋਸ਼ਲ ਨੈਟਵਰਕ, ਸਭ ਤੋਂ ਪਹਿਲੀ ਸੋਸ਼ਲ ਨੈਟਵਰਕਿੰਗ ਸਾਈਟ ਇਹ ਸੀਗੀ। ਉਸ ਤੋਂ ਬਾਅਦ ਹੀ 2004 ਦੇ ਵਿੱਚ ਜਿਹੜੀ ਸੀਗੀ ਫੇਸਬੁੱਕ ਜਿਹੜੀ ਹੈਗੀ ਆ ਲਾਂਚ ਹੋਈ ਸੀ, ਇਸ ਤਰ੍ਹਾਂ ਦੀ ਲੱਗਦੀ ਸੀ ਫੇਸਬੁੱਕ ਉਸ ਵੇਲੇ। ਸੋ ਵਾਟ ਇਜ਼ ਡਿਜੀਟਲ ਮਾਰਕੀਟਿੰਗ? ਡਿਜੀਟਲ ਮਾਰਕੀਟਿੰਗ ਕੀ ਹੈ ਕੀ ਹੈ? Digital marketing is the use of the internet, mobile devices, social media, search engines, and other channels to reach consumers. Some marketing experts consider digital marketing to be an entirely new field that needs a new way of approaching customers and new ways of understanding how customers behave compared to traditional marketing. ਸੋ ਡਿਜੀਟਲ ਮਾਰਕੀਟਿੰਗ ਕੀ ਹੈਗੀ ਹੈ? ਬੇਸਿਕਲੀ ਯੂਜ਼ ਆਫ ਇੰਟਰਨੈਟ ਹੋ ਗਿਆ, ਮੋਬਾਈਲ ਡਿਵਾਈਸਿਸ ਹੋ ਗਿਆ, ਸੋਸ਼ਲ ਮੀਡੀਆ ਹੋ ਗਿਆ, ਸਰਚ ਇੰਜਨਸ ਹੋ ਗਏ ਤੇ ਹੋਰ ਵੱਖਰੇ ਵੱਖਰੇ ਚੈਨਲਸ ਹੋ ਗਏ, ਜਿੱਦਾਂ ਵੀਡੀਓਜ਼ ਹੋ ਗਈਆਂ, ਈਮੇਲਸ ਸੈਂਡ ਕਰਦੇ ਹੋ ਤੁਸੀਂ, ਠੀਕ ਆ, ਵੈਬਸਾਈਟ ਡਿਜ਼ਾਈਨਿੰਗ, ਵੈਬਸਾਈਟਸ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਕੇ ਜਿਹੜਾ ਹੈਗਾ ਵਾ ਤੁਸੀਂ ਜਿਹੜੀ ਆਪਣੀ ਐਡਵਰਟਾਈਜ਼ਮੈਂਟ ਮਾਰਕੀਟਿੰਗ ਕਰਦੇ ਆ ਆਪਾਂ, ਠੀਕ ਆ, ਤੇ ਨਵੇਂ ਤਰੀਕੇ ਲੱਭਦੇ ਆ ਕਸਟਮਰ ਤੱਕ ਪਹੁੰਚਣ ਦੇ ਲਈ। ਤੇ ਕੁਛ ਜਿਹੜੇ ਹੈਗੇ ਐਕਸਪਰਟ ਮਾਰਕੀਟਿੰਗ ਐਕਸਪਰਟ ਕਹਿੰਦੇ ਆ ਕਿ ਡਿਜੀਟਲ ਮਾਰਕੀਟਿੰਗ ਜਿਹੜੀ ਹੈਗੀ ਆ ਉਹ ਇੱਕ ਬਿਲਕੁਲ ਨਵਾਂ ਫੀਲਡ ਹੈ ਤੇ ਇਸ ਦੇ ਵਿੱਚ ਜਿਹੜਾ ਹੈਗਾ ਵਾ ਕਸਟਮਰ ਨੂੰ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਸਮਝ ਸਕਦੇ ਆ ਐਜ਼ ਕੰਪੇਅਰ ਟੂ ਟ੍ਰੈਡੀਸ਼ਨਲ ਮਾਰਕੀਟਿੰਗ। ਪਲੱਸ ਇਸ ਦੇ ਵਿੱਚ ਬਹੁਤ ਜ਼ਬਰਦਸਤ ਕਸਟਮਾਈਜ਼ੇਸ਼ਨ ਹੋ ਸਕਦੀ ਹੈ। ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਟ੍ਰੈਡੀਸ਼ਨਲ ਦੇ ਵਿੱਚ ਤਾਂ ਇੱਕ ਜਨਰਲ ਜਦੋਂ ਐਡ ਬਣਾਉਂਦੇ ਆ ਇੱਕ ਜਨਰਲ ਹੁੰਦੀ ਹੈ ਕਸਟਮਰ ਦੇ ਲਈ, ਪਰ ਜਿਹੜੀ ਡਿਜੀਟਲ ਜਿਹੜੀ ਹੁੰਦੀ ਹੈ ਮਾਰਕੀਟਿੰਗ ਉਸ ਦੇ ਵਿੱਚ ਜਿਹੜੀ ਹੈਗੀ ਹੈ ਐਡਵਰਟਾਈਜ਼ਮੈਂਟ ਉਹ ਤੁਹਾਡੇ ਹਿਸਾਬ ਦੇ ਨਾਲ ਬਣਾਈ ਜਾਂਦੀ ਹੈ। ਜਿੱਦਾਂ ਟੇਲਰ ਤੁਹਾਡਾ ਐਡਰੈਸ ਜਿਹੜਾ ਹੈਗਾ ਵਾ ਉਹ ਡਰੈਸ ਜਿਹੜਾ ਹੈਗਾ ਤੁਹਾਡਾ ਨਾਪ ਲੈ ਕੇ ਬਣਾਉਂਦਾ, ਉਸੇ ਤਰ੍ਹਾਂ ਹੀ ਜਿਹੜੀ ਤੁਹਾਨੂੰ ਰਿਕੁਆਇਰਮੈਂਟ ਹੁੰਦੀ ਹੈ, ਜਿੱਦਾਂ ਦਾ ਤੁਹਾਡੀ ਜਿਹੜੀ ਹੈਗੀ ਆ ਆਨਲਾਈਨ ਬਿਹੇਵੀਅਰ ਹੁੰਦਾ ਉਹਨੂੰ ਦੇਖ ਕੇ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਆ ਮਾਰਕੀਟਿੰਗ ਜਿਹੜੀ ਹੈਗੀ ਕਰਦੀਆਂ ਹੈਗੀਆਂ ਕੰਪਨੀ। ਸੋ ਇਹ ਇੱਕ ਜਿਹੜੀ ਹੈਗੀ ਆ ਡਿਜੀਟਲ ਮਾਰਕੀਟਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਸੋਸ਼ਲ ਮੀਡੀਆ ਹੈਗਾ ਵਾ, ਉਹਦੇ ਵਿੱਚ ਕੰਟੈਂਟ ਹੈਗੇ ਆ, ਉਹਦੇ ਵਿੱਚ ਪ੍ਰੋਡਕਟ ਹੈਗੇ ਆ, ਉਹਦੇ ਵਿੱਚ ਐਨਾਲਿਟਿਕਸ ਹੈਗਾ ਵਾ, ਉਹਦੇ ਵਿੱਚ ਟਾਰਗੇਟ ਹੈਗਾ ਯਾਨੀ ਕਿ ਕਸਟਮਰਸ ਹੈਗੇ ਆ, ਬ੍ਰਾਂਡਿੰਗ ਹੈਗੀ ਆ, ਐਡਵਰਟਾਈਜ਼ਮੈਂਟ ਹੈਗੀ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਉਹ ਡਿਜੀਟਲ ਮਾਰਕੀਟਿੰਗ ਦਾ ਹਿੱਸਾ ਵਾ। ਸੋ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਵਾ ਇਹ ਡਿਜੀਟਲ ਮਾਰਕੀਟਿੰਗ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ, ਕੰਟੈਂਟ ਹੋ ਗਈ, ਮਾਰਕੀਟਿੰਗ ਹੋ ਗਈ, ਸੋਸ਼ਲ ਮੀਡੀਆ ਮਾਰਕੀਟਿੰਗ ਹੋ ਗਈ, ਠੀਕ ਹੈ, PPC ਐਂਡ ਸਰਚ ਇੰਜਨ ਜਿਹੜੀ ਹੈਗੀ ਹੈ ਮਾਰਕੀਟਿੰਗ ਹੋ ਗਈ, ਠੀਕ ਹੈ, ਪੇ ਪਰ ਕਲਿੱਕ PPC ਮੀਨਸ ਕਿੰਨਾ ਜਿਹੜਾ ਹੈਗਾ ਕਲਿੱਕ ਜਦੋਂ ਕਰਦੇ ਆ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਵਾ ਪੇ ਹੁੰਦਾ ਵਾ। ਵੈਬਸਾਈਟ ਹੋ ਗਈ, ਐਫੀਲੀਏਟ ਮਾਰਕੀਟਿੰਗ ਹੋ ਗਈ, ਇਨਬਾਊਂਡ ਮਾਰਕੀਟਿੰਗ ਹੋ ਗਈ, ਮਾਰਕੀਟਿੰਗ ਆਟੋਮੇਸ਼ਨ ਹੋ ਗਈ, ਸਾਰਾ ਜਿਹੜਾ ਹਿੱਸਾ ਵਾ ਡਿਜੀਟਲ ਮਾਰਕੀਟਿੰਗ ਦਾ ਹੈਗਾ। ਸੋ ਹੁਣ ਹੈਗਾ ਵਾ ਕਿ ਡਿਜੀਟਲ ਮਾਰਕੀਟਿੰਗ ਤੇ ਟ੍ਰੈਡੀਸ਼ਨਲ ਮਾਰਕੀਟਿੰਗ ਦਾ ਜਿਹੜਾ ਹੈਗਾ ਵਾ ਕੰਪੈਰੀਜ਼ਨ ਹੈਗਾ, ਕੀ ਡਿਫਰੈਂਸ ਹੈਗਾ ਵਾ। The main difference between digital and traditional marketing is the medium through which an audience encounters a marketing message. While traditional marketing using traditional media like magazines and newspapers, digital marketing uses digital media such as social media or websites. So ਇਹ ਫਰਕ ਹੈਗਾ ਦੋਨਾਂ ਦੇ ਵਿੱਚ। ਬੇਸਿਕ ਫਰਕ ਜਿਹੜਾ ਹੈਗਾ ਵਾ ਟ੍ਰੈਡੀਸ਼ਨਲ ਮਾਰਕੀਟਿੰਗ ਯਾਨੀ ਕਿ ਨਾਰਮਲ ਜਿਹਨੂੰ ਮਾਰਕੀਟਿੰਗ ਕਹਿੰਦੇ ਆਪਾਂ ਤੇ ਡਿਜੀਟਲ ਮਾਰਕੀਟਿੰਗ ਦੇ ਵਿੱਚ ਸਿਰਫ ਫਰਕ ਕੀ ਹੈ ਮੀਡੀਅਮ ਦਾ। ਜੇ ਬੇਸਿਕ ਲੈਵਲ ਉਹਦਾ ਤਾਂ ਬਹੁਤ ਜ਼ਿਆਦਾ ਫਰਕ ਹੈਗਾ, ਉਸ ਦੇ ਵਿੱਚ ਬਹੁਤ ਐਡਵਾਂਟੇਜ ਹੈਗੇ ਡਿਜੀਟਲ ਮਾਰਕੀਟਿੰਗ ਦੇ, ਪਰ ਇੱਕ ਬੇਸਿਕ ਜਿਹੜਾ ਡਿਫਰੈਂਸ ਹੈ ਕਿ ਉਹਦੇ ਵਿੱਚ ਜਿਹੜਾ ਹੈਗਾ ਮੈਗਜ਼ੀਨ ਆਪਾਂ ਯੂਜ਼ ਕਰਦੇ ਹਾਂ, ਅਖਬਾਰਾਂ ਯੂਜ਼ ਕਰਦੇ ਹੈਗੇ ਆ, ਬੈਨਰਸ ਯੂਜ਼ ਕਰਦੇ ਹੈਗੇ ਆ, ਠੀਕ ਹੈ, ਤੁਸੀਂ ਜਦੋਂ ਸ਼ਹਿਰ ਦੇ ਵਿੱਚ ਜਾਂਦੇ ਆ ਬੈਨਰ ਲੱਗੇ ਹੁੰਦੇ ਵੱਡੇ ਵੱਡੇ, ਉਹ ਕੀ ਹੈਗਾ ਟ੍ਰੈਡੀਸ਼ਨਲ ਮਾਰਕੀਟਿੰਗ ਹੈਗੀ। ਦੁਕਾਨਾਂ ਦੇ ਬਾਹਰ ਜਿਹੜੇ ਬਿੱਲ ਬੋਰਡ ਲੱਗੇ ਹੁੰਦੇ ਆ, ਠੀਕ ਹੈ, ਤੇ ਪਰ ਜਿਹੜੀ ਡਿਜੀਟਲ ਮਾਰਕੀਟਿੰਗ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਵਾ ਬਹੁਤ ਸਾਰੀਆਂ ਚੀਜ਼ਾਂ ਯੂਜ਼ ਹੁੰਦੀਆਂ ਵਾ, ਜਿੱਦਾਂ ਸਰਚ ਇੰਜਨ ਹੋ ਗਏ, ਸੋਸ਼ਲ ਮੀਡੀਆ ਹੋ ਗਿਆ, ਵੈਬਸਾਈਟਸ ਹੋ ਗਈਆਂ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਟ੍ਰੈਡੀਸ਼ਨਲ ਡਿਜੀਟਲ ਮਾਰਕੀਟਿੰਗ ਦੇ ਵਿੱਚ ਤੇ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਯੂਜ਼ ਹੁੰਦੀਆਂ ਹੈਗੀਆਂ। Next is drawbacks of traditional marketing. While traditional marketing is still effective, it is not the only way to make your product popular among your target market. Today, technology has grown and is enabling business to connect to their audiences like never before, which is why it's important to consider the drawbacks of traditional marketing before investing in it.
ਕਿਉਂਕਿ ਸਾਡੇ ਕੋਲ ਜਿਹੜੇ ਹੈਗੇ ਆ ਲੋਕਾਂ ਦੇ ਨਾਲ ਕਨੈਕਟ ਕਰਨ ਦੇ ਬਹੁਤ ਜ਼ਬਰਦਸਤ ਤੇ ਸਸਤੇ ਤਰੀਕੇ ਜਿਹੜੇ ਸਾਨੂੰ ਅਵੇਲੇਬਲ ਹੋ ਗਏ, ਉਪਲਬਧ ਹੋ ਗਏ ਆ। ਇਸ ਕਰਕੇ ਅਸੀਂ ਜਿਹੜੀ ਹੈਗੀ ਆ ਸਭ ਨਾਲੋਂ ਪਹਿਲਾਂ ਜੇ ਆਪਾਂ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਤਾਂ ਸਾਨੂੰ ਉਹਦੇ ਡਰਾਬੈਕਸ ਜਿਹੜੇ ਹੈਗੇ ਆ ਜ਼ਰੂਰ ਪੜ੍ਹ ਲੈਣੇ ਚਾਹੀਦੇ ਹੈਗੇ ਆ। ਸੋ ਸਭ ਨਾਲੋਂ ਪਹਿਲਾ ਜਿਹੜਾ ਡਰਾਬੈਕ ਹੈਗਾ ਵਾ ਉਸਦਾ ਉਹ ਹੈਗਾ that is little interaction. One of the biggest and the most obvious limitations of digital marketing is that there is a little or no interaction between the customers and the medium used for marketing. ठीक है. Second है traditional marketing is a one-way street where a business is able to broadcast or provide information to their target audience about its products or service. This brand building exercise is done in the hope to attract the attention of the right people and maybe convert them into customers. So ਇਹ drawback ਹੈਗਾ ਕਿ ਉਹਦਾ ਕੋਈ interaction ਨਹੀਂ ਹੁੰਦੀ ਕਿ ਜੇ ਕੋਈ user ਜਿਹੜਾ ਹੈਗਾ ਜਿਹੜਾ customer ਹੈਗਾ ਵਾ ਉਹਨੂੰ ਕੋਈ additional information ਜਿਹੜੀ ਚਾਹੀਦੀ ਹੈਗੀ ਆ product ਦੇ ਬਾਰੇ ਤੇ ਉਹ ਜਿਹੜੀ ਹੈਗੀ ਆ ਉਹਨੂੰ ਮਿਲਦੀ ਨਹੀਂ ਹੈਗੀ। ਉਸ ਦੇ ਵਿੱਚ ਸਿਰਫ ਜਿਹੜਾ ਐਡਵਰਟਾਈਜ਼ਰ ਹੈਗਾ ਉਹ ਬ੍ਰੌਡਕਾਸਟ ਕਰ ਰਿਹਾ ਹੁੰਦਾ, ਜਿੱਦਾਂ ਮੰਨ ਲਓ ਮੈਂ ਸਪੀਕਰ ਤੇ ਲਾਊਡ ਸਪੀਕਰ ਤੇ ਸਿਰਫ ਬੋਲੀ ਜਾ ਰਿਹਾ ਹੈਗਾ, ਅੱਗਿਓਂ ਜਿਹੜਾ ਹੈਗਾ ਕਸਟਮਰ ਉਹ ਕੋਈ ਪੁੱਛ ਨਹੀਂ ਸਕਦਾ ਮੈਨੂੰ ਚੀਜ਼। ਸੋ ਇਸ ਕਰਕੇ ਇਹਦੀ ਲਿਟਲ ਇੰਟਰੈਕਸ਼ਨ ਹੈਗੀ ਆ। No control over timing. Traditional marketing is dependent on promotional methods that once executed cannot be updated, whether it is a static text print ad in your local newspaper or a television commercial. You will have to place a new ad to replace the old one in case of any change. While this may not seem like a huge factor, but it does make a big difference in the long run. So एक ਜਿਹੜੀ ਹੈਗੀ ਆ ਪ੍ਰੋਬਲਮ ਹੈਗੀ ਆ, ਠੀਕ ਹੈ, ਕਿ ਜੇ ਕੋਈ ਚੇਂਜ ਕਰਨੀ ਹੈਗੀ ਆ ਤੁਸੀਂ ਐਡਵਰਟਾਈਜ਼ਮੈਂਟ ਦੇ ਵਿੱਚ ਤੇ ਉਹਦੇ ਲਈ ਤੁਹਾਨੂੰ ਜਿਹੜੀ ਹੈਗੀ ਆ ਐਂਟਾਇਰਲੀ ਦੁਆਰਾ ਉਹਨੂੰ ਪ੍ਰਿੰਟ ਕਰਨਾ ਪੈਂਦਾ ਹੈਗਾ ਵਾ। ਡਿਜੀਟਲ ਮਾਰਕੀਟਿੰਗ ਦੇ ਵਿੱਚ ਜਿਹੜਾ ਇਹ ਪ੍ਰੋਬਲਮ ਨਹੀਂ ਆਉਂਦੀ, ਉਹਦੇ ਵਿੱਚ ਸਿੰਪਲੀ ਤੁਸੀਂ ਉਹਨੂੰ ਐਡਿਟ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ ਹੀ ਜਿਹੜੀ ਇਹਦੇ ਵਿੱਚ ਲਿਟਲ ਇੰਟਰੈਕਸ਼ਨ ਹੈਗੀ ਆ ਉਹਦੇ ਵਿੱਚ ਡਿਜੀਟਲ ਮਾਰਕੀਟਿੰਗ ਦੇ ਵਿੱਚ ਬੜੀ ਜ਼ਬਰਦਸਤ ਇੰਟਰੈਕਸ਼ਨ ਹੁੰਦੀ ਹੈ ਯੂਜ਼ਰ ਦੇ ਨਾਲ। ਯੂਜ਼ਰ ਜਿਹੜਾ ਹੈਗਾ ਵਾ ਉਹ ਜਿਹੜੀ ਤੁਹਾਡੀ ਐਡਵਰਟਾਈਜ਼ਮੈਂਟ ਦਿੱਤੀ ਹੈਗੀ ਆ ਉਹਦੇ ਵਿੱਚ ਤੁਹਾਡੇ ਨਾਲ ਇੰਟਰੈਕਸ਼ਨ, ਤੁਹਾਡੇ ਕੁਐਸਚਨ, ਤੁਸੀਂ ਕਸਟਮਾਈਜ਼ ਕੁਐਸਚਨਸ ਉਹਨੂੰ ਜਿਹੜੇ ਹੈਗੇ ਦੇ ਸਕਦੇ ਆ ਕਿ ਤੁਸੀਂ ਕੀ ਪ੍ਰੋਡਕਟ ਦੇ ਬਾਰੇ ਜਾਣਨਾ ਚਾਹੁੰਦੇ ਹੈਗੇ ਆ। ਕਸਟਮਰ ਰਿਵਿਊ ਹੁੰਦੇ ਆ, ਠੀਕ ਹੈ, ਬੜਾ ਕੁਝ ਹੁੰਦਾ ਉਸ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਜਿਹੜੀ ਹੈਗੀ ਕਸਟਮਰ ਜਿਹੜਾ ਹੈਗਾ ਵਾ ਉਹਨੂੰ ਇਨਫੋਰਮੇਸ਼ਨ ਮਿਲਦੀ, ਜੋ ਕਿ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਮਿਸਿੰਗ ਹੁੰਦਾ। ਇਸ ਤੋਂ ਇਲਾਵਾ ਹਾਇਰ ਕਾਸਟ ਹੈਗੀਆਂ। The recurring costs in traditional marketing can prove to be a huge investment that may or may not give a good return. Your ad in the local newspaper will only be effective if it is seen by your target audience on the day it gets published. And what are your chances of that? If you want to reach out to them again, you need to create and run a new print ad campaign. Or when you create and distribute posters or flyers in your area, it is an investment you are making for a one-time exposure. Compare that to content that you create on your website and that can bring in target visitors for years to come at no additional cost. ਸੋ ਇਹ ਜਿਹੜੀ ਹੈਗੀ ਹੈ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਟ੍ਰੈਡੀਸ਼ਨਲ ਦੇ ਵਿੱਚ ਕਿ ਬਹੁਤ ਸਾਰਾ ਪੈਸਾ ਸਾਡਾ ਖਰਚ ਹੁੰਦਾ ਵਾ। ਉਹੀ ਕੰਮ ਜਿਹੜਾ ਡਿਜੀਟਲ ਦੇ ਵਿੱਚ ਆਪਾਂ ਜਿਹੜਾ ਹੈਗਾ ਵਾ ਬਹੁਤ ਸਸਤੇ ਦੇ ਵਿੱਚ ਕਰ ਸਕਦੇ ਹੈਗੇ ਆ। ਤੇ ਇਸ ਦੇ ਵਿੱਚ ਜਿਹੜਾ ਹੈਗਾ ਵਾ ਜਿਹੜੀ ਹੈਗੀ ਟ੍ਰੈਡੀਸ਼ਨਲ ਦੇ ਵਿੱਚ ਇੱਕੋ ਵਾਰੀ ਤੁਸੀਂ ਜਿਹੜੀ ਚੀਜ਼ ਪਬਲਿਸ਼ ਕਰਦੇ ਹੋ ਇੱਕੋ ਵਾਰੀ ਲੋਕਾਂ ਤੱਕ ਪਹੁੰਚਦੀ ਹੈ, ਜੋ ਦੇਖਦੇ ਆ ਤੇ ਠੀਕ ਹੈ। ਜੇ ਅਖਬਾਰ ਦੇ ਵਿੱਚ ਤੁਸੀਂ ਐਡਵਰਟਾਈਜ਼ਮੈਂਟ ਦਿੱਤੀ ਹੈ, ਜੇ ਉਹਨੇ ਪੜ੍ਹ ਲਿਆ ਤੇ ਠੀਕ ਹੈ, ਨਹੀਂ ਤੇ ਉਹ ਤੁਹਾਡੇ ਪੈਸੇ ਵੇਸਟ ਹੋ ਗਏ। ਪਰ ਡਿਜੀਟਲ ਮਾਰਕੀਟਿੰਗ ਦੇ ਵਿੱਚ ਤੁਸੀਂ ਵੈਬਸਾਈਟ ਬਣਾਉਂਦੇ ਆ, ਵੈਬਸਾਈਟ ਬਣਾ ਕੇ ਉੱਤੇ ਪਰਮਾਨੈਂਟਲੀ ਜਿਹੜੀ ਹੈਗੀ ਹੈ ਤੁਸੀਂ ਐਡਵਰਟਾਈਜ਼ ਕਰ ਸਕਦੇ ਆ ਆਪਣੀ ਜਿੰਨੀ ਮਰਜ਼ੀ ਦੇਰ ਲਈ। ਸੋ ਇਹ ਇੱਕ ਜਿਹੜਾ ਹੈਗਾ ਵਾ ਬਹੁਤ ਵੱਡਾ ਡਿਫਰੈਂਸ ਹੈਗਾ ਵਾ। ਇਸੇ ਕਰਕੇ ਬਹੁਤ ਸਾਰੇ ਜਿਹੜੇ ਹੈਗੇ ਆ ਬਿਜ਼ਨਸਮੈਨ ਜਿਹੜੇ ਹੈਗੇ ਆ ਉਹ ਡਿਜੀਟਲ ਮਾਰਕੀਟਿੰਗ ਵੱਲ ਜਾ ਰਹੇ ਆ। ਉਸ ਤੋਂ ਬਾਅਦ ਹੈਗੀ ਹੈ ਅਨਦਰ ਡਿਸਐਡਵਾਂਟੇਜ ਹੈਗਾ ਲਿਮਿਟਡ ਕਸਟਮਾਈਜ਼ੇਸ਼ਨ ਆਪਸ਼ਨਸ ਹੈਗੀਆਂ। ਡੂ ਯੂ ਵਾਂਟ ਟੂ ਟਾਰਗੇਟ ਕਸਟਮਰਸ ਵਰਕਿੰਗ ਇਨ ਅ ਸਰਟਨ ਇੰਡਸਟਰੀ ਐਂਡ ਫਾਲ ਇਨ ਪਰਟੀਕੁਲਰ ਏਜ ਗਰੁੱਪ? Traditional marketing offers you little help when it comes to customizing your campaigns and targeting a specific customers. Even though you can use traditional marketing techniques to market to certain segments, you cannot go after targeted customers. When you're using online ads, you have the option to not only reach out to the right kind of customers, but also show them offers that are tailored towards them. So customization ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਪਰਟੀਕੂਲਰ ਏਜ ਗਰੁੱਪ ਨੂੰ ਮੰਨ ਲਓ ਜਾਣਾ ਚਾਹੁੰਦੇ ਹੈਗੇ, ਜਾਂ ਤੁਸੀਂ ਕੋਈ ਜਿਹੜੇ ਹੈਗੇ ਆ ਇਹ ਏਜਾਂ ਨੇ ਵੀ 1 ਲੱਖ ਤੋਂ ਘੱਟ ਇਨਕਮ ਵਾਲੇ ਬੰਦਿਆਂ ਨੂੰ ਮੈਂ ਟਾਰਗੇਟ ਕਰਾਂ, ਮਤਲਬ ਇਸ ਤਰ੍ਹਾਂ ਨਾਲ, ਜਾਂ ਜਿਹੜੇ ਹੈਗੇ ਆ
ਮੇਲਸ ਨੂੰ ਕਰਾਂ ਟਾਰਗੇਟ ਜਾਂ ਫੀਮੇਲਸ ਨੂੰ ਕਰਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਨਹੀਂ ਹੁੰਦੀਆਂ। ਉਹ ਸਾਰੀਆਂ ਦੀ ਸਾਰੀਆਂ ਕਿਸ ਚੀਜ਼ ਦੇ ਵਿੱਚ ਅਵੇਲੇਬਲ ਹੈਗੀਆਂ? ਡਿਜੀਟਲ ਮਾਰਕੀਟਿੰਗ ਦੇ ਵਿੱਚ। ਡਿਜੀਟਲ ਮਾਰਕੀਟਿੰਗ ਦੇ ਵਿੱਚ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਕਸਟਮਾਈਜ਼ ਕਰ ਸਕਦੇ ਹੋ ਕਿ ਮੈਂ ਸਿਰਫ 15 ਤੋਂ ਲੈ ਕੇ 45 ਸਾਲ ਦੇ ਜਿਹੜੇ ਮੇਲਸ ਹੈਗੇ ਆ ਉਹਨਾਂ ਨੂੰ ਹੀ ਜਿਹੜੀ ਹੈਗੀ ਆ ਮੇਰੀ ਜਿਹੜੀ ਹੈਗੀ ਆ ਐਡਵਰਟਾਈਜ਼ ਜਾਵੇ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਵੀ ਇੱਕ ਡਿਸਐਡਵਾਂਟੇਜ ਹੈਗਾ ਵਾ। cannot be easily updated. Let's face it, one of the strengths of digital marketing is the fact that it can easily be updated and adjusted. Unlike in traditional marketing, wherein it takes a lot of effort to tweak, imagine your print ads having the wrong percentage discount. How can you correct that if the prints are already out? On the other hand, editing digital marketing campaigns is just a few clicks away. ਸੋ ਇਹ ਵੀ ਇੱਕ ਪ੍ਰੋਬਲਮ ਹੈ। ਤੁਸੀਂ ਪ੍ਰਿੰਟ ਕਢਾ ਲਿਆ ਆਪਣੀ, ਮੰਨ ਲਓ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਤੁਸੀਂ ਆਪਣਾ ਪੈਂਫਲੇਟ ਛਪਾ ਲਿਆ, ਪੈਂਫਲੇਟ ਛਪਾ ਕੇ ਤੁਸੀਂ ਜਿਹੜਾ ਹੈਗਾ ਬਾਅਦ ਦੇ ਵਿੱਚ ਲਾਸਟ ਮੂਮੈਂਟ ਤੇ ਤੁਹਾਨੂੰ ਪਤਾ ਲੱਗਾ ਵੀ ਪੈਂਫਲੇਟ ਦੇ ਵਿੱਚ ਤੇ ਜਿਹੜਾ ਫੋਨ ਨੰਬਰ ਲਿਖਿਆ ਹੈਗਾ ਉਹਦੇ ਵਿੱਚ ਇੱਕ ਡਿਜਿਟ ਜਿਹੜਾ ਹੈਗਾ ਗਲਤ ਹੈਗਾ। ਹੁਣ ਕੀ ਕਰੋਗੇ ਤੁਸੀਂ? ਦੁਬਾਰਾ ਫਿਰ ਛਪਾਉਣਾ ਪੈਣਾ ਤੁਹਾਨੂੰ, ਠੀਕ ਹੈ। ਸੋ ਇੱਕ ਬੜੀ ਵੱਡੀ ਪ੍ਰੋਬਲਮ ਹੋ ਗਈ, 3-4 ਦਿਨ ਹੋਰ ਵੇਸਟ ਹੋ ਗਏ। ਡਿਜੀਟਲ ਦੇ ਵਿੱਚ ਕੀ ਹੈਗਾ, ਜਿੱਦਾਂ ਜਿੱਦਾਂ ਤੁਹਾਨੂੰ ਪਤਾ ਲੱਗਦਾ ਪਿਆ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ, ਉਹਨੂੰ ਤੁਸੀਂ ਲਗਾਤਾਰ ਜਿਹੜਾ ਹੈਗਾ ਵਾ ਚੇਂਜ ਕਰ ਸਕਦੇ ਹੈਗੇ, ਲਗਾਤਾਰ ਅਪਡੇਟ ਕਰ ਸਕਦੇ ਹੈਗੇ। ਤੇ ਪਰ ਜਿਹੜਾ ਹੈਗਾ ਵਾ ਟ੍ਰੈਡੀਸ਼ਨਲ ਦੇ ਵਿੱਚ ਜਿਹੜਾ ਹੈ ਨਹੀਂ ਅਵੇਲੇਬਲ ਹੈਗਾ। ਉਸ ਤੋਂ ਇਲਾਵਾ ਨੈਕਸਟ ਡਿਸਐਡਵਾਂਟੇਜ ਹੈਗਾ ਇਨਏਬਿਲਿਟੀ ਟੂ ਡਿਸਕਲੋਜ਼ ਫੁੱਲ ਪ੍ਰਾਈਸਿੰਗ ਡਿਟੇਲਸ। ਸੋ ਟ੍ਰੈਡੀਸ਼ਨਲ ਦੇ ਵਿੱਚ ਇਹ ਵੀ ਇੱਕ disadvantage ਹੈਗਾ। At the basic level, traditional marketing has never failed to attract people based on discounted prices or special sales. However, when it comes down to offering more unique, customized pricing options, you may hit a brick wall. If you analyze the options given to you in the print marketing, you may not find the needed space to display all your pricing options, even though these can help you convert more people into ਕਸਟਮਰ ਤੇ ਇੱਕ ਬੜਾ ਵੱਡਾ ਡਿਸਐਡਵਾਂਟੇਜ ਹੈਗਾ ਕਿ ਤੁਸੀਂ ਪ੍ਰਾਈਸਿੰਗ ਜਿਹੜੀ ਹੈਗੀ ਆ ਪੂਰੀਆਂ ਜਿਹੜੀਆਂ ਆਪਸ਼ਨਸ ਹੈਗੀਆਂ ਜਿਹੜੀਆਂ ਡਿਜੀਟਲ ਮਾਰਕੀਟਿੰਗ ਦੇ ਵਿੱਚ ਦੇ ਸਕਦੇ ਆ, ਉਹ ਤੁਸੀਂ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਨਹੀਂ ਦੱਸ ਸਕਦੇ। ਉਹਨਾਂ ਨੂੰ ਸਿਰਫ ਡਿਸਕਾਊਂਟ ਹੀ ਦੱਸਦੇ 15% ਡਿਸਕਾਊਂਟ ਆ, 20% ਡਿਸਕਾਊਂਟ ਆ, ਬਸ ਇਦਾਂ ਦੀ ਐਡਵਰਟਾਈਜ਼ਮੈਂਟ ਹੀ ਹੁੰਦੀਆਂ ਟ੍ਰੈਡੀਸ਼ਨਲ ਦੇ ਵਿੱਚ। ਜਦ ਕਿ ਤੁਸੀਂ ਐਮਾਜ਼ੋਨ ਦੇ ਉੱਤੇ ਜਾਓਗੇ ਉਹਦੇ ਤੇ ਦੇਖੋਗੇ ਤੁਸੀਂ ਕਿੰਨੀ ਜ਼ਿਆਦਾ ਉਹਨਾਂ ਨੇ ਦੱਸਿਆ ਹੁੰਦਾ, ਇਹ ਹੈਗੀ ਜੀ ਇਹ ਪ੍ਰਾਈਸ ਹੈਗੀ ਆ, ਠੀਕ ਹੈ, ਇਹ ਇੰਨੀ ਪ੍ਰਾਈਸ ਹੈਗੀ ਆ, ਅੱਜ ਦੀ ਪ੍ਰਾਈਸ ਇੰਨੀ ਆ, ਤੇ ਇਹਦੇ ਉੱਤੇ ਲਾਈਟਨਿੰਗ ਸੇਲ ਜਿਹੜੀ ਹੈਗੀ ਲਾਈਟਨਿੰਗ ਡੀਲ ਹੈਗੀ ਆ ਉਹਦੇ ਤੇ ਜਿਹੜੀ ਹੈਗੀ ਆ 10% ਹੋਰ ਦਿੰਨੇ ਪਏ ਆ, ਜਾਂ SBI ਕ੍ਰੈਡਿਟ ਕਾਰਡ ਯੂਜ਼ ਕਰੋ ਉਹਦੇ ਤੇ 5% ਹੋਰ ਦਿੰਨੇ ਪਏ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਵਾ ਜਿਹੜੀਆਂ ਚੀਜ਼ਾਂ ਹੈਗੀਆਂ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਨਹੀਂ ਹੁੰਦੀਆਂ। ਉਸ ਤੋਂ ਬਾਅਦ ਪੂਅਰ ਕੈਂਪੇਨ ਮੇਜਰਮੈਂਟ। When executing a traditional marketing strategy, it is essential to know how effective it is to ensure you are not investing in the wrong direction. Unfortunately, results that you get from traditional marketing cannot be measured easily and efficiently. However, when you launch an online marketing campaign, you can effortlessly identify where you are going wrong and if it is successful or not. This alone makes digital marketing much better than its traditional counterpart. ਇਹ ਇੱਕ ਬਹੁਤ ਹੀ ਜ਼ਬਰਦਸਤ ਇਹਦਾ ਡਿਸਐਡਵਾਂਟੇਜ ਹੈਗਾ ਟ੍ਰੈਡੀਸ਼ਨਲ ਮਾਰਕੀਟਿੰਗ ਦਾ ਕਿ ਤੁਸੀਂ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਸਹੀ ਡਾਇਰੈਕਸ਼ਨ ਜਾ ਰਹੇ ਕਿ ਰੋਂਗ ਡਾਇਰੈਕਸ਼ਨ ਜਾ ਰਹੇ। ਪਲੱਸ ਤੁਹਾਨੂੰ ਜਦੋਂ ਤੱਕ ਪਤਾ ਲੱਗਦਾ ਬਹੁਤ ਜ਼ਿਆਦਾ ਟਾਈਮ ਜਿਹੜਾ ਹੈਗਾ ਹੋ ਜਾਂਦਾ ਹੈਗਾ। ਪਰ ਡਿਜੀਟਲ ਮਾਰਕੀਟਿੰਗ ਦੇ ਵਿੱਚ ਤੁਹਾਨੂੰ ਜਦੋਂ ਵੈਬਸਾਈਟ ਹੈਗੀ ਆ, ਤੁਹਾਡਾ ਪੇਜ ਹੈਗਾ, ਤੁਹਾਨੂੰ ਪਤਾ ਲੱਗਦਾ ਕਿ ਯੂਜ਼ਰ ਜਿਹੜੇ ਹੈਗੇ ਆ ਰਹੇ ਆ, ਕਿੰਨੇ ਯੂਜ਼ਰ ਆ ਰਹੇ ਹੈਗੇ ਆ ਵੈਬ ਪੇਜ ਵਿੱਚ, ਤੇ ਕਿੰਨੇ ਜਿਹੜੇ ਹੈਗੇ ਆ ਉਹ ਖਰੀਦ ਰਹੇ ਹੈਗੇ ਆ, ਕਿੰਨੀ ਪਰਸੈਂਟੇਜ ਜਿਹੜੀ ਹੈਗੀ ਆ ਉਹ ਦੁਬਾਰਾ ਵਿਜ਼ਿਟ ਕਰਦੀ ਪਈ ਹੈਗੀ ਆ, ਠੀਕ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਤੁਹਾਨੂੰ ਲੱਗਦਾ ਕਿ ਨਹੀਂ ਆਉਂਦੇ, ਵਿਜ਼ਿਟ ਨਹੀਂ ਕਰਦੇ ਪਏ, ਤੁਸੀਂ ਆਪਣੀਆਂ ਉਸ ਦੇ ਵਿੱਚ ਨਾਲ ਦੀ ਨਾਲ ਹੀ ਚੇਂਜਸ ਜਿਹੜੀਆਂ ਕਰ ਸਕਦੇ ਹੈਗੇ ਆ। ਸਾਰਾ ਕੁਝ ਤੁਹਾਨੂੰ ਜਿਹੜਾ ਹੈ ਡਿਜੀਟਲ ਮਾਰਕੀਟਿੰਗ ਦੇ ਵਿੱਚ ਪਤਾ ਲੱਗਦਾ ਹੁੰਦਾ ਕਿ ਇਹ ਹੋ ਰਿਹਾ ਵਾ, ਸਾਰਾ ਕੁਝ ਮੇਜਰੇਬਲ ਹੈਗਾ। ਪਰ ਟ੍ਰੈਡੀਸ਼ਨਲ ਦੇ ਵਿੱਚ ਇਦਾਂ ਦਾ ਅਨਫੋਰਚੂਨੇਟਲੀ ਕੁਝ ਨਹੀਂ ਹੁੰਦਾ। ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਡਿਜੀਟਲ ਤੇ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ, ਟ੍ਰੈਡੀਸ਼ਨਲ ਤੇ ਡਿਜੀਟਲ ਦੇ ਵਿੱਚ ਜਿਹੜਾ ਫਰਕ ਹੈਗਾ ਉਹ ਟਾਈਪਸ ਆਫ ਮਾਰਕੀਟਿੰਗ ਦਾ ਹੋ ਸਕਦਾ ਵਾ। ਉਹ ਸਟਰਕਚਰਡ ਐਂਡ ਕਲੀਅਰ ਵਰਸਸ ਅਨਸਟਰਕਚਰਡ ਐਂਡ ਅਨਕਲੀਅਰ ਹੋ ਸਕਦੀ ਆ। ਟ੍ਰੈਡੀਸ਼ਨਲ ਵਰਸਸ ਡਿਜੀਟਲ ਡਾਇਰੈਕਸ਼ਨ ਆਫ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਟ੍ਰੈਡੀਸ਼ਨਲ ਦੇ ਵਿੱਚ ਯੂਨੀਡਾਇਰੈਕਸ਼ਨਲ ਹੀ ਹੁੰਦੀ ਆ, ਤੇ ਜਿਹੜੀ ਹੈਗੀ ਆ ਇਸ ਦੇ ਵਿੱਚ ਡਿਜੀਟਲ ਦੇ ਵਿੱਚ ਜਿਹੜੀ ਹੈਗੀ ਆ ਮਲਟੀ ਡਾਇਰੈਕਸ਼ਨਲ ਹੁੰਦੀ ਆ। ਯੂਜ਼ਰ ਜਿਹੜੇ ਕਮਿਊਨੀਕੇਟ ਕਰ ਸਕਦੇ ਹੈਗੇ ਆ, ਆਪਣਾ ਕੁਐਸਚਨ ਪੁੱਟ ਕਰ ਸਕਦੇ ਆ, ਉਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੈਗੇ। ਉਸ ਤੋਂ ਬਾਅਦ ਸ਼ਡਿਊਲਿੰਗ ਹੈਗੀ ਆ, ਟ੍ਰੈਡੀਸ਼ਨਲ ਲੌਂਗ ਟਰਮ ਹੁੰਦੀ ਹੈ, ਸ਼ਾਰਟ ਟਰਮ ਹੁੰਦੀ ਹੈ। ਡਿਜੀਟਲ ਉਹਦੇ ਵਿੱਚ ਫਟਾਫਟ ਚੇਂਜਸ ਆਪਾਂ ਕਰ ਸਕਦੇ ਹੈਗੇ ਆ। ਕਮਿਊਨੀਕੇਸ਼ਨ ਵਿਦ ਕਸਟਮਰ ਹੈਗੀ ਆ ਉਹ ਇੰਟਾਇਰਲੀ ਪ੍ਰਾਈਵੇਟ ਹੁੰਦੀ ਹੈ ਟ੍ਰੈਡੀਸ਼ਨਲ ਦੇ ਵਿੱਚ, ਤੇ
ਇਸ ਦੇ ਵਿੱਚ ਜਿਹੜੀ ਹੈਗੀ ਡਿਜੀਟਲ ਦੇ ਵਿੱਚ ਪਬਲਿਕ ਹੁੰਦੀ ਆ, ਉਹਦੇ ਨਾਲ ਜਿਹੜੇ ਹੈਗੇ ਆ ਦੂਸਰੇ ਕਸਟਮਰ ਜਿਹੜੇ ਜਿਨ੍ਹਾਂ ਨੇ ਯੂਜ਼ ਕੀਤਾ ਹੁੰਦਾ ਉਸ ਪ੍ਰੋਡਕਟ ਨੂੰ, ਉਹ ਆਪਣੇ ਵਿਊ ਦਿੰਦੇ ਹੈਗੇ ਆ। ਉਹਦੇ ਨਾਲ ਜਿਹੜੀ ਹੈਗੀ ਆ ਪਤਾ ਲੱਗਦਾ ਹੈਗਾ ਕਿ ਜਿਹੜੀ ਪ੍ਰੋਡਕਟ ਕਿੰਨਾ ਵਧੀਆ ਹੈਗਾ ਵਾ। ਉਹ ਇੱਕ ਕਸਟਮਰ ਦੇ ਲਈ ਫਾਇਦਾ ਹੁੰਦਾ ਹੈਗਾ, ਤੇ ਜਿਹੜੇ ਈਵਨ ਜਿਹੜੇ ਹੈਗੇ ਆ ਜਿਹੜੇ ਵੇਚਦੇ ਪਏ ਉਹ ਵੀ ਆਪਣਾ ਜਿਹੜਾ ਹੈਗਾ ਵਾ ਵਧੀਆ ਜਿਹੜਾ ਕਰ ਸਕਦੇ ਹੈਗੇ ਆ। ਅਵੇਲੇਬਿਲਿਟੀ ਹੈ, ਠੀਕ ਹੈ, ਜਿਹੜੀ ਟ੍ਰੈਡੀਸ਼ਨਲ ਦੇ ਵਿੱਚ ਜਿਹੜੀ ਹੈਗੀ ਹੈ ਵਰਕਿੰਗ ਆਵਰਸ ਦੇ ਵਿੱਚ ਹੀ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ। ਡਿਜੀਟਲ ਦੇ ਵਿੱਚ 24/7 ਹੁੰਦੀ ਆ। ਉਸ ਤੋਂ ਬਾਅਦ ਲੈਂਗੁਏਜ ਦੇ ਵਿੱਚ ਫਰਕ ਹੁੰਦਾ ਵਾ ਟ੍ਰੈਡੀਸ਼ਨਲ ਤੇ ਜਿਹੜੀ ਹੈਗੀ ਹੈ ਡਿਜੀਟਲ ਮਾਰਕੀਟਿੰਗ ਹੈ। ਜਿਹੜੀ ਜਿਹੜੀ ਹੈਗੀ ਇਸ ਤੋਂ ਇਲਾਵਾ ਰਿਸਪੌਂਸ ਟਾਈਮ ਹੁੰਦਾ ਵਾ, ਜਿਹੜੀ ਟ੍ਰੈਡੀਸ਼ਨਲ ਹੁੰਦਾ ਉਹ 'ਚ ਬਹੁਤ ਲੰਬਾ ਰਿਸਪੌਂਸ ਟਾਈਮ ਹੁੰਦਾ ਵਾ, ਤੇ ਡਿਜੀਟਲ ਮਾਰਕੀਟਿੰਗ ਦੇ ਵਿੱਚ ਬਹੁਤ ਜਲਦੀ ਹੁੰਦਾ ਹੈਗਾ। ਸੋ ਨੈਕਸਟ ਹੈਗਾ ਵਾਟ ਇਜ਼ ਪੋਇਮ। Poem stands for paid, earned, and earned media, all of which serve as a framework for your digital marketing strategies. Knowing more about Poem will help you come up with better marketing strategies. But to utilize Poem for your campaign, it is essential to understand the purpose and meaning behind each marketing channel. So एक बड़ी जबरदस्त चीज़ है paid, earned ਤੇ earned media, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਵਾ। ਸੋ ਮੀਡੀਆ ਕੀ ਹੈਗਾ ਵਾ, ਮੀਡੀਆ ਤਿੰਨ ਤਰ੍ਹਾਂ ਦਾ ਹੋ ਗਿਆ। ਪੇਡ ਹੋ ਗਿਆ ਜਿਹਨੂੰ ਆਪਾਂ ਪੇ ਕਰਦੇ ਆ, ਔਨਡ ਹੋ ਗਿਆ ਜਿਹੜਾ ਸਾਨੂੰ ਔਨ ਕਰਦੇ ਆ, ਤੇ ਅਰਨਡ ਮੀਡੀਆ ਜਿਹੜਾ ਹੈਗਾ ਵਾ ਉਹ ਕੀ ਹੈ ਕਿ ਔਨਡ ਮੀਡੀਆ ਨੂੰ ਜਦੋਂ ਯੂਜ਼ ਕਰਦੇ ਆ ਦੈਟ ਇਜ਼ ਅਰਨਡ ਮੀਡੀਆ। ਸੋ ਇਹ ਸਾਰੇ ਦਾ ਸਾਰਾ ਜਿਹੜਾ ਮੀਡੀਆ ਹੈਗਾ ਵਾ ਇਹਦੇ ਬਾਰੇ ਪਤਾ ਹੋਣਾ ਸਾਨੂੰ ਚਾਹੀਦਾ ਹੈਗਾ, ਤਾਂ ਹੀ ਅਸੀਂ ਜਿਹੜਾ ਹੈਗਾ ਮਾਰਕੀਟਿੰਗ ਜਿਹੜੀ ਹੈਗੀ ਆ ਆਪਣਾ ਉਹਨੂੰ ਚਲਾ ਸਕਦੇ ਹੈਗੇ। ਪੇਡ ਮੀਡੀਆ, in short, the goal of paid media marketing is to deliver paid or sponsored ads to reach the right audience. In many ways, it is similar to traditional advertising, wherein you will place ads in different media such as newspaper, billboards, television, and radio. However, the difference is that paid media usually involves digital marketing platforms like social media platforms and websites for instance. So paid media basically ਜਿੱਦਾਂ ਤੁਸੀਂ ਬੈਨਰ ਹੈ ਇਹ ਉਹ ਟ੍ਰੈਡੀਸ਼ਨਲ ਦੇ ਵਿੱਚ ਹੁੰਦੇ ਆ, ਟੈਲੀਵਿਜ਼ਨ ਤੇ ਜਿੱਦਾਂ ਐਡ ਹੁੰਦੀ ਆ ਉਸੇ ਤਰ੍ਹਾਂ ਹੀ ਆਪਾਂ ਜਿਹੜੇ ਹੈਗੇ ਆ ਡਿਜੀਟਲ ਪਲੇਟਫਾਰਮ ਜਿਹੜੇ ਵੀ ਹੈਗੇ ਆ, ਵੈਬਸਾਈਟਸ ਹੈਗੀਆਂ ਵਾ ਸਾਡੇ ਕੋਲ, ਸਰਚ ਇੰਜਨਸ ਹੈਗੇ ਆ। ਸਰਚ ਇੰਜਨ ਦੇ ਵਿੱਚ ਜਦੋਂ ਤੁਸੀਂ ਸਰਚ ਮਾਰਦੇ ਆ, ਜੇ ਤੁਸੀਂ ਪੈਸੇ ਦਿੱਤੇ ਆ ਤੇ ਤੁਹਾਡੀ ਜਿਹੜੀ ਹੈਗੀ ਆ ਚੀਜ਼ ਹੈਗੀ ਆ ਉਹ ਸਾਰਿਆਂ ਨੂੰ ਉੱਪਰ ਜਿਹੜੀ ਹੈਗੀ ਆ ਡਿਸਪਲੇ ਹੋਏਗੀ। ਸੋ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਵਾ ਉਹ ਪੇਡ ਮੀਡੀਆ ਹੈਗਾ। ਸੋ ਪੇਡ ਮੀਡੀਆ ਦੇ ਵਿੱਚ ਇਫੈਕਟਿਵ ਮਾਰਕੀਟਿੰਗ ਸਟ੍ਰੈਟਜੀਜ਼ ਹੈਗੀਆਂ ਵਾ। ਸੋ ਸਭ ਤੋਂ ਪਹਿਲੇ ਹੈਗੀ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਸੋਸ਼ਲ ਮੀਡੀਆ ਮਾਰਕੀਟਿੰਗ is the one of the best ways to reach your target audience. Once you deliver your ads on social media platforms such as Facebook, Twitter, and Instagram, you will reach your target audience as soon as possible. ਸੋ ਇੱਕ ਬੜੀ ਜਿਹੜੀ ਹੈਗੀ ਆ ਪੇਡ ਜੇ ਤੁਸੀਂ ਦਿੰਦੇ ਆ ਤੇ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਹੈਗੀ ਆ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਜਿੰਨੇ ਵੀ ਯੂਜ਼ ਕਰਦੇ ਆ ਉਹਨਾਂ ਕੋਲ ਪਹੁੰਚ ਜਾਂਦੀ ਹੈਗੀ ਐਡਵਰਟਾਈਜ਼ਮੈਂਟ ਤੁਹਾਡੀ। ਉਸ ਤੋਂ ਬਾਅਦ ਈਮੇਲ ਮਾਰਕੀਟਿੰਗ ਹੈਗੀ ਆ ਇਫੈਕਟਿਵ ਮਾਰਕੀਟਿੰਗ ਸਟ੍ਰੈਟਜੀਜ਼ ਦੇ ਵਿੱਚ। Email marketing has made its return this 2020 and it remains to be one of the most effective digital marketing strategies to date. The goal is to send emails to your customers. However, to do so, you must create a list of subscribers who will receive your emails. These subscribers can be existing customers, people you have subscribed to your website, or followers on your social media page. So ਇਹ ਵੀ ਇੱਕ ਬੜੀ ਜ਼ਬਰਦਸਤ ਮਾਰਕੀਟਿੰਗ ਸਟ੍ਰੈਟਜੀ ਹੈ, ਈਮੇਲ ਸੈਂਡ ਕਰਨਾ ਲੋਕਾਂ ਨੂੰ। ਤੁਸੀਂ ਆਪਣੀਆਂ ਈਮੇਲ ਜਦੋਂ ਬਣਾਉਂਦੇ ਆ ਤੁਸੀਂ ਦੇਖਦੇ ਆ ਕਿੰਨੀਆਂ ਸਾਰੀਆਂ ਈਮੇਲਸ ਆਉਂਦੀਆਂ ਹੈਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਵਾ ਇਸੇ ਜਿਹੜੀ ਹੈਗੀ ਆ ਪੇਡ ਮੀਡੀਆ ਦਾ ਜਿਹੜਾ ਹੈਗਾ ਪਾਰਟ ਹੁੰਦੀ ਹੈਗੀ। ਉਸ ਤੋਂ ਬਾਅਦ ਹੈਗੀ ਆ ਔਨਡ ਮੀਡੀਆ। ਔਨਡ ਮੀਡੀਆ ਜਿਹੜਾ ਹੈਗਾ ਵਾ ਇਹ ਉਹ ਮੀਡੀਆ ਹੈਗਾ ਵਾ ਜਿਹੜਾ ਤੁਸੀਂ ਔਨ ਕਰਦੇ ਹੈਗੇ ਆ, ਠੀਕ ਹੈ। ਪੇਡ ਮੀਡੀਆ ਦੇ ਵਿੱਚ ਕੀ ਹੈਗਾ, ਤੁਸੀਂ ਕਿਸੇ ਹੋਰ ਮੀਡੀਆ ਨੂੰ ਪੇ ਕਰਦੇ ਆ ਆਪਣੀ ਐਡਵਰਟਾਈਜ਼ਮੈਂਟ ਦੇ ਲਈ। On media, as the name suggests, on media refers to your possessions and assets. Examples include your website, social media page, blog, post, articles, case studies, and many more. With the freedom to control your content, the possibilities are endless. The goal is to provide quality content for your audience, video, images, articles. Utilize these to your advantage so you can establish your reputation and grow your customer base. Not to mention, doing so is much more cost effective compared to acquiring new customers, which can be costly in the long run. So earned media ਜਿਹੜਾ ਹੈਗਾ ਤੁਸੀਂ ਵੈਬਸਾਈਟ ਹੈਗੀ ਹੈ ਤੁਹਾਡੀ,
ਸੋਸ਼ਲ ਮੀਡੀਆ ਪੇਜ ਹੈਗਾ ਤੁਹਾਡਾ, ਤੁਹਾਡੀ ਬਲੌਗ ਹੈਗੀ ਆ, ਤੁਹਾਡੇ ਆਰਟੀਕਲਸ ਹੈਗੇ ਆ, ਤੁਹਾਡੀਆਂ ਕੇਸ ਸਟੱਡੀਜ਼ ਹੈਗੀਆਂ ਵਾ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹ ਤੁਹਾਡੀ ਐਡਵਰਟਾਈਜ਼ਮੈਂਟ ਦੇ ਲਈ ਮਦਦ ਕਰਦੀਆਂ ਹੈਗੀਆਂ। ਸੋ ਇਸ ਦੇ ਵਿੱਚ ਤੁਹਾਡਾ ਕੋ ਜਿਹੜਾ ਇੱਕ ਵਾਰੀ ਖਰਚਾ ਹੋ ਗਿਆ ਵਾ ਉਹੀ ਹੋਣਾ ਵਾ ਤੁਹਾਡਾ। ਉਸ ਤੋਂ ਇਲਾਵਾ ਜਿਹੜਾ ਹੈਗਾ ਵਾ ਇਸ ਦੇ ਵਿੱਚ ਜਿਹੜਾ ਹੈਗਾ ਵਾ ਕੋਈ ਖਰਚਾ ਨਹੀਂ ਹੁੰਦਾ ਹੈਗਾ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਫਰੀडम ਹੁੰਦੀ ਆ ਕਿ ਤੁਸੀਂ ਜਿਹੜਾ ਹੈਗਾ ਵਾ ਇਸ ਦੇ ਵਿੱਚ ਜਿਹੜੀ ਹੈਗੀ ਆ ਇਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਹੈਗਾ ਯੂਟੀਲਾਈਜ਼ ਕਰ ਸਕੋ। ਇਸ ਦੇ ਵਿੱਚ ਆਪਣੀਆਂ ਵੀਡੀਓ ਪਾ ਸਕਦੇ ਆ, ਠੀਕ ਹੈ, ਆਪਣੀ ਇਮੇजेस ਪਾ ਸਕਦੇ ਆ, ਆਪਣੇ ਆਰਟੀਕਲਸ ਪਾ ਸਕਦੇ ਹੈਗੇ। ਸੋ ਇਹ ਸਾਰਾ ਤੁਹਾਡਾ ਇਸ ਦੇ ਵਿੱਚ ਕੰਟਰੋਲ ਹੁੰਦਾ। ਇਸ ਦੇ ਵਿੱਚ ਜਿਹੜੀ ਹੈਗੀ ਆ ਔਨਡ ਮੀਡੀਆ ਦੇ ਉੱਤੇ ਤੱਕ ਲਿਆਉਣ ਲਈ ਤੁਹਾਨੂੰ ਪਹਿਲਾਂ ਪੇਡ ਮੀਡੀਆ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਸਰਚ ਇੰਜਨ ਜਿਹੜੀ ਆਪਟੀਮਾਈਜ਼ੇਸ਼ਨ ਜਾਂ ਸਰਚ ਇੰਜਨ ਮਾਰਕੀਟਿੰਗ ਦੀ ਵੀ ਲੋੜ ਪੈਂਦੀ ਆ। ਫਿਰ ਹੀ ਤੁਹਾਡਾ ਜਿਹੜਾ ਮੀਡੀਆ ਤੱਕ ਹੌਲੀ ਜਿਹੜਾ ਹੈਗਾ ਬੇਸ ਬਣਦਾ ਹੈਗਾ। ਹੌਲੀ ਪ੍ਰੋਸੈਸ ਹੁੰਦਾ ਵਾ। ਔਨਡ ਮੀਡੀਆ ਤੇ ਜਦੋਂ ਇੱਕ ਵਾਰੀ ਟ੍ਰੈਫਿਕ ਵਧਣੀ ਸ਼ੁਰੂ ਹੋ ਜਾਂਦੀ ਫਿਰ ਤੁਹਾਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ। ਸੋ ਇਹਦੀਆਂ ਐਗਜ਼ਾਮਪਲਸ ਜਿਹੜੀਆਂ ਹੈਗੀਆਂ ਔਨ ਮੀਡੀਆ ਦੀਆਂ ਵੈਬਸਾਈਟ ਹੋ ਗਏ, ਬਲੌਗ ਪੇਜ ਹੋ ਗਏ, ਸੋਸ਼ਲ ਮੀਡੀਆ ਪੇਜ ਹੋ ਗਏ, ਈਮੇਲਸ ਹੋ ਗਏ, ਆਨਲਾਈਨ ਫੋਰਮਸ ਐਂਡ ਕਮਿਊਨਿਟੀਜ਼ ਹੋ ਗਿਆ। ਸੋ ਇਹ ਐਗਜ਼ਾਮਪਲ ਹੈਗੀ ਹੈ ਜਿੱਦਾਂ punjabtech.com। ਸੋ ਇਹ ਆਪਣਾ ਵੈਬਸਾਈਟ ਦੀ ਐਗਜ਼ਾਮਪਲ ਹੈਗੀ ਆ। ਦਾ ਸ਼ੂਟਿੰਗ ਸਟਾਰ ਹੈਗੀ ਆ, ਇਹ ਬਲੌਗ ਹੈਗੀ ਆ। ਇਸੇ ਤਰ੍ਹਾਂ ਹੀ ਬਲੌਗਰਸ ਹੁੰਦੇ ਆ ਜਿਹੜੇ ਬਲੌਗਸ ਲਿਖਦੇ ਆ। ਇੱਦਾਂ ਦੀ ਤੁਸੀਂ ਬਲੌਗ ਜਿਹੜੀ ਹੈਗੀ ਆ ਆਪਣੀ ਹੁਣ ਇਹ ਐਡਵਰਟਾਈਜ਼ਮੈਂਟ ਅਗਰ ਕਰਨਾ ਚਾਹੁੰਦੀ ਹੈਗੀ ਆ ਤੇ ਇਹਦੇ ਵਿੱਚ ਤੁਸੀਂ ਇਹਨੂੰ ਪੈਸੇ ਦੇ ਸਕਦੇ ਆ, ਜਾਂ ਜੇ ਤੁਹਾਡੀ ਆਪਣੀ ਬਲੌਗ ਹੈਗੀ ਆ ਤਾਂ ਤੁਸੀਂ ਜਿਹੜੀ ਹੈਗੀ ਆ ਇਸ ਦੇ ਵਿੱਚ ਜਿਹੜੀ ਆਪਣੀ ਐਡਵਰਟਾਈਜ਼ਮੈਂਟ ਕਰ ਸਕਦੇ ਹੋ। ਇਹ ਜਿਹੜਾ ਹੈਗਾ ਵਾ ਜਿੱਦਾਂ IT ਡਿਪਾਰਟਮੈਂਟ ਹੈਗਾ ਸਾਡਾ, ਉਸ ਦਾ ਸੋਸ਼ਲ ਮੀਡੀਆ ਪੇਜ ਹੈਗਾ ਵਾ, ਠੀਕ ਆ। ਉਸ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਔਨ ਕਰਦੇ ਆ ਇਸ ਨੂੰ। ਇਹਦੇ ਵਿੱਚ ਜਿਹੜੀ ਹੈਗੀ ਆਪਾਂ ਜੋ ਵੀ ਆਪਣਾ ਇਮੇजेस ਹੈਗੀਆਂ ਵਾ, ਵੀਡੀਓ ਹੈਗੀਆਂ ਵਾ, ਉਹ ਸਾਰੀਆਂ ਦੀਆਂ ਸਾਰੀਆਂ ਇਸ ਦੇ ਵਿੱਚ ਪਾ ਸਕਦੇ ਹੈਗੇ ਫੇਸਬੁੱਕ ਦੇ ਉੱਤੇ। ਇਸੇ ਤਰ੍ਹਾਂ ਹੀ ਇਹ ਫਾਰਮਸ ਹੈਗੀਆਂ, ਫਾਰਮ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਕੁਐਸਚਨ ਪੁੱਛਦੇ ਆ ਜਾਂ ਕੋਈ ਇਨਫੋਰਮੇਸ਼ਨ ਹੁੰਦੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਜਿੱਦਾਂ ਕਿਸੇ ਪ੍ਰੋਡਕਟ ਬਾਰੇ ਹੈਗੀ, ਜਿੱਦਾਂ ਇੰਡੀਆ ਬ੍ਰੌਡਬੈਂਡ ਫਾਰਮ ਹੈਗੀ ਆ। ਸੋ ਇਹਦੇ ਵਿੱਚ ਫਾਰਮ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਜਿਹੜੀ ਹੈਗੀ ਐਡਵਰਟਾਈਜ਼ਮੈਂਟ ਹੈਗੀ ਆ ਇਹ ਇੱਧਰ ਜਿਹੜੀ ਹੈਗੀ ਆ ਰਾਈਟ ਸਾਈਡ ਦੇ ਉੱਤੇ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੈਗੇ ਇੱਧਰ, ਠੀਕ ਹੈ। ਇਸ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੀ ਹੀ ਐਡਵਰਟਾਈਜ਼ਮੈਂਟ ਦਿੱਤੀ ਹੈਗੀ ਹੈ ਇੰਟਰਨੈਟ ਫਰੀडम ਦੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੀ ਜਿਹੜੀ ਹੈਗੀ ਹੈ ਐਡਵਰਟਾਈਜ਼ਮੈਂਟ ਕਰ ਸਕਦੇ ਹੈਗੇ। ਉਸ ਤੋਂ ਬਾਅਦ ਹੈਗਾ earned media। earned media ਕੀ ਹੈਗਾ? While earned media is the organization of your assets, earned media refers to the activities involving such possessions. In short, utilizing your own media channels, websites, blog page, social media account. It is the definition of the earned media. With earned media, your objective is to create content that you can use for your website. As such, one of the perfect ways to generate leads is to build a blog page. On your blog, you can post articles and infographics related to your line of work. Afterwards, you can share your posts on social media to attract new customers and engage with existing ones. That way, you can increase your customer base while expanding your audience reach. ਸੋ earned media ਕੀ ਹੈਗਾ ਵਾ? Using your owned media, ਜਿਹੜਾ ਤੁਹਾਡੇ ਕੋਲ ਔਨ ਕਰਦੇ ਪਏ ਆ, ਜਿਹੜਾ ਤੁਹਾਡਾ ਆਪਣਾ ਮੀਡੀਆ ਹੈਗਾ ਵਾ, ਉਹਨੂੰ ਤੁਸੀਂ ਜਦੋਂ ਯੂਜ਼ ਕਰਦੇ ਆ, ਠੀਕ ਹੈ, ਮੀਡੀਆ ਚੈਨਲ ਨੂੰ, ਵੈਬਸਾਈਟ ਨੂੰ, ਬਲੌਗ ਪੇਜ ਨੂੰ, ਸੋ ਉਹ ਜਿਹੜਾ ਹੈਗਾ ਵਾ that becomes a earned media। ਉਹਦੇ ਵਿੱਚ ਤੁਸੀਂ ਬਲੌਗ ਬਣਾ ਸਕਦੇ ਆ। ਸਭ ਨੂੰ ਵਧੀਆ ਤਰੀਕਾ ਬਲੌਗ ਹੈਗਾ, ਜਾਂ ਫੇਸਬੁੱਕ ਦੇ ਉੱਤੇ ਤੁਸੀਂ ਬਣਾ ਸਕਦੇ ਆ, ਇੰਸਟਾਗ੍ਰਾਮ ਤੇ ਜਾਂ ਟਵਿੱਟਰ ਤੇ ਅਕਾਊਂਟ ਜਿਹੜੇ ਹੈਗੇ ਬਣਾ ਸਕਦੇ ਆ। ਇਸ ਦੇ ਵਿੱਚ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਫੇਸਬੁੱਕ ਤੇ ਕਿੱਦਾਂ ਦੇ ਆਡੀਅנס ਹੁੰਦੇ ਆ, ਟਵਿੱਟਰ ਤੇ ਕਿੱਦਾਂ ਦੇ ਲੋਕ ਹੁੰਦੇ ਆ, ਇੰਸਟਾਗ੍ਰਾਮ ਦੇ ਉੱਤੇ ਕਿੱਦਾਂ ਦੇ ਲੋਕ ਜਿਹੜੇ ਹੈਗੇ ਹੁੰਦੇ ਹੈਗੇ ਆ। ਸੋ earned ਮੀਡੀਆ ਦੇ ਵਿੱਚ ਕੰਟੈਂਟ ਮਾਰਕੀਟਿੰਗ ਆ ਜਾਂਦੀ ਹੈ, ਸਰਚ ਇੰਜਨ ਆਪਟੀਮਾਈਜ਼ੇਸ਼ਨ SEO, ਇਨਫਲੂਐਂਸਰ ਮਾਰਕੀਟ ਆ ਜਾਂਦੀ ਹੈਗੀ ਆ। ਉਹ ਬੰਦੇ ਜਿਹੜੇ ਇਨਫਲੂਐਂਸ ਕਰਦੇ ਆ ਸਾਰੀ ਦੁਨੀਆ ਨੂੰ। ਜਦੋਂ ਤੁਸੀਂ YouTube ਦੇ ਵਿੱਚ ਦੇਖਦੇ ਆ ਲੋਕੀ ਕੋਈ ਪ੍ਰੋਡਕਟ ਆਉਂਦਾ ਹੈਗਾ ਨਵਾਂ, ਜਿੱਦਾਂ LG ਦਾ ਟੈਲੀਵਿਜ਼ਨ ਆ ਗਿਆ, ਉਹਦੇ ਬਾਰੇ ਜਿਹੜਾ ਹੈਗਾ ਵਾ ਨਵਾਂ ਮਾਡਲ ਆਇਆ, ਉਹਦੇ ਬਾਰੇ ਵੀਡੀਓ ਬਣਾ ਕੇ ਦੱਸਣਗੇ ਇਹ ਇੱਦਾਂ ਦਾ ਹੈਗਾ। ਉਹ ਕਿਹੜੇ ਹੁੰਦੇ ਆ? ਇਨਫਲੂਐਂਸਰਸ ਹੁੰਦੇ ਆ। ਤੇ ਸੋਸ਼ਲ ਮੀਡੀਆ ਮਾਰਕੀਟਿੰਗ ਹੁੰਦੀ ਹੈ। ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਦੇਖਦੇ ਆ ਕਿੰਨੇ ਲੋਕੀ ਵੀਡੀਓ ਪਾਉਂਦੇ ਹੈਗੇ ਆ, ਕਈ ਮਤਲਬ ਤਰ੍ਹਾਂ ਦੇ ਕੰਮ ਕਰਦੇ ਆ ਲੋਕਾਂ ਦੀ ਅਟੈਂਸ਼ਨ ਨੂੰ ਜਿਹੜੀ ਹੈਗੀ ਆ ਅਟਰੈਕਟ ਕਰਨ ਦੇ ਲਈ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਵਾ ਉਹ earned ਮੀਡੀਆ ਦੇ ਵਿੱਚ ਆਉਂਦਾ ਹੈਗਾ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਵਾ ਕਿ ਡਿਜੀਟਲ ਮਾਰਕੀਟਿੰਗ
ਦੇ ਵਿੱਚ ਜਿਹੜਾ ਹੈਗਾ ਵਾ ਸਭ ਨੂੰ ਜ਼ਬਰਦਸਤ ਸਕਿੱਲਸ ਜਿਹੜੇ ਹੈਗੇ ਆ ਇਸ ਵੇਲੇ ਜਿਹੜੇ ਜੌਬ ਓਰੀਐਂਟਡ ਸਕਿੱਲਸ ਹੈਗੇ ਆ ਜਿਨ੍ਹਾਂ ਦੀ ਲੋੜ ਹੈਗੀ ਆ ਮਾਰਕੀਟ ਨੂੰ ਉਹ ਕਿਹੜੇ ਹੈਗੇ ਆ। ਸੋ ਇਸ ਦੇ ਵਿੱਚ ਜਿਹੜੇ ਹੈਗੇ digital marketing is the one of the most lucrative industries in the modern world. With just a laptop and internet connection, there is really no limit to what you can accomplish and how much money you can make through the digital marketing. ਸੋ ਇੱਕ ਡਿਜੀਟਲ ਮਾਰਕੀਟਿੰਗ ਦੇ ਬਾਰੇ ਦੱਸਿਆ ਹੈਗਾ ਕਿ ਬਹੁਤ ਜ਼ਬਰਦਸਤ ਬਿਜ਼ਨਸ ਹੈਗਾ ਵਾ। ਸਿਰਫ ਤੁਹਾਡੇ ਕੋਲ ਲੈਪਟਾਪ ਤੇ ਇੰਟਰਨੈਟ ਕਨੈਕਸ਼ਨ ਦੇ ਨਾਲ ਹੀ ਤੁਸੀਂ ਇੰਨਾ ਪੈਸਾ ਕਮਾ ਸਕਦੇ ਆ। ਤੁਹਾਡੇ ਕੋਲ ਜਿਹੜਾ ਹੁਨਰ ਹੋਣਾ ਜ਼ਰੂਰੀ ਆ। ਉਹ ਕਿਹੜੇ ਹੁਨਰ ਆ ਜਿਨ੍ਹਾਂ ਦੇ ਥਰੂ ਤੁਸੀਂ ਜਿਹੜਾ ਹੈਗਾ ਬਣਾ ਸਕਦੇ ਹੈਗੇ। ਸਭ ਤੋਂ ਪਹਿਲਾ ਜਿਹੜਾ ਹੁਨਰ ਹੈਗਾ ਵਾ ਉਹ ਕੀ ਹੈਗਾ, ਸਰਚ ਇੰਜਨ ਆਪਟੀਮਾਈਜ਼ੇਸ਼ਨ ਸਪੈਸ਼ਲਿਸਟ। SEO stands for search engine optimization, which is the practice of increasing the quality and quantity and quality of traffic to your website through organic search engine results। ਦੋਨੇ ਚੀਜ਼ਾਂ। ਸੋ ਜਿਹੜਾ SEO ਹੈ ਸਰਚ ਇੰਜਨ ਆਪਟੀਮਾਈਜ਼ੇਸ਼ਨ, ਜਿਹੜੀ ਗੂਗਲ ਦਾ ਸਰਚ ਇੰਜਨ ਹੈ, ਯਾਹੂ ਸਰਚ ਇੰਜਨ ਹੈ ਜਾਂ ਜਿਹੜਾ ਹੈਗਾ ਵਾ ਮਾਈਕਰੋਸਾਫਟ ਸਰਚ ਇੰਜਨ ਹੈਗੇ ਆ, ਇਹ ਸਾਰਿਆਂ ਦੇ ਵਿੱਚ ਜਿਹੜੀ ਜਦੋਂ ਤੁਹਾਨੂੰ ਸਰਚ ਮਾਰਨ ਤੇ ਉਸ ਦੇ ਨਾਲ ਜਿਹੜੀ ਤੁਹਾਡੀ ਵੈਬਸਾਈਟ ਹੈ ਉਹਦੇ ਵੱਲ ਨੂੰ ਟ੍ਰੈਫਿਕ ਦੀ ਕੁਆਂਟੀਟੀ ਤੇ ਕੁਆਲਿਟੀ ਮੀਨਸ ਉਹ ਕਸਟਮਰ ਜਿਹੜੇ ਐਕਚੁਅਲ ਚ ਬਾਈ ਕਰਨਗੇ ਪ੍ਰੋਡਕਟ ਨੂੰ, ਜਿਹੜੇ ਖਰੀਦਣਗੇ, ਠੀਕ ਆ, ਉਹ ਵਧਾਉਣੀ। ਠੀਕ ਆ। ਆਰਗੈਨਿਕ ਸਰਚ ਇੰਜਨ ਰਿਜ਼ਲਟ ਦਾ ਮਤਲਬ ਇਹ ਹੁੰਦਾ ਵਾ ਦੋ ਤਰ੍ਹਾਂ ਦੇ ਹੁੰਦੇ ਆ ਸਰਚ ਇੰਜਨ ਰਿਜ਼ਲਟਸ, ਇੱਕ ਹੁੰਦੇ ਆ ਆਰਗੈਨਿਕ ਤੇ ਇੱਕ ਹੁੰਦੇ ਆ ਪੇਡ। ਜਿਹੜਾ ਆਰਗੈਨਿਕ ਦਾ ਮਤਲਬ ਹੁੰਦਾ ਵਾ ਫ੍ਰੀ, ਕਿ ਜਿਹਦੇ ਵਿੱਚ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਹੈਗਾ। ਉਹਨੂੰ ਉਸ ਸਰਚ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਨਾਂ ਆਉਣਾ ਜ਼ਰੂਰੀ ਹੈਗਾ। ਉਹਨੂੰ ਕਿੱਦਾਂ ਕਰਨਾ ਹੈਗਾ ਅਚੀਵ, ਉਹਦੇ ਲਈ ਜਿਹੜਾ ਹੈਗਾ ਵਾ ਇਹ SEO ਸਪੈਸ਼ਲਿਸਟ ਜਿਹੜੇ ਹੈਗੇ ਆ ਹੁੰਦੇ ਆ। Companies need a person or a group who can keep up with the rapidly evolving world of SEO. They need people who understand the importance of providing value to the customer in addition to the technical sides of things. If you want to land a high-paying job within digital marketing, learn SEO and watch the offers roll in. So SEO ਦੇ characteristics ਦੱਸੇ ਹੈਗੇ ਆ ਕਿ ਕੀ ਉਹਦਾ ਕੰਮ ਹੁੰਦਾ ਵਾ, ਕੀ ਇੰਪੋਰਟੈਂਸ ਹੁੰਦੀ ਆ ਤੇ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਹੈਗਾ ਵਾ ਇਸ ਸਾਰੇ ਦੇ ਸਾਰੀ ਚੀਜ਼ ਦੇ ਵਿੱਚ ਜਿਹੜਾ ਹੈਗਾ ਵਾ ਉਹ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਪੇ ਪਰ ਕਲਿਕ ਐਗਜ਼ੀਕਿਊਟਿਵ ਸਲੈਸ਼ ਸਪੈਸ਼ਲਿਸਟ। ਸੋ PPC stands for pay per click, a model of internet marketing in which advertisers pay a fees each time one of their ads is clicked. Essentially, it is the way of buying visitors to your sites rather than attempting to earn those visitors organically. ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਬਾਈ ਕਰਦੇ ਹੈਗੇ ਆ, ਆਪਣੀ ਪੇਮੈਂਟ ਕਰਦੇ ਆ, ਉਸ ਦੇ ਵਿੱਚ ਜਿੰਨੀਆਂ ਤੁਹਾਨੂੰ ਕਲਿੱਕ ਹੁੰਦੀ ਆ ਉਸ ਹਿਸਾਬ ਦੇ ਨਾਲ ਤੁਸੀਂ ਪੇਮੈਂਟ ਕਰਦੇ ਆ, ਜਿਹੜੀ ਵੀ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਆ, ਕਿਸੇ ਵੈਬਸਾਈਟ ਦੇ ਉੱਤੇ ਕਰਦੇ ਆ, ਜਾਂ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਕਰਦੇ ਹੈਗੇ। Search engine advertising is one of the most popular forms of PPC. It allows advertisers to bid for ad placement in a search engine's sponsored links. When someone searches on a keyword that is related to their business offering, for example, if we bid on the keyword PPC software, your ad might show up in the very top spot on the Google results page. So ਮੰਨ ਲਓ ਮੈਂ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਦਾ ਆਪਣਾ ਚਾਹੁੰਦਾ ਹੈਗਾ ਕਿ ਉਹ ਜੇ ਸਰਚ ਇੰਜਨ ਜਿਹੜੀ ਹੈਗੀ ਆ ਉਹਦੇ ਵਿੱਚ ਆਪਾਂ ਗੱਲ ਕਰੀਏ, ਸਰਚ ਇੰਜਨ ਐਡਵਰਟਾਈਜ਼ਿੰਗ ਜਿਹੜੀ ਹੁੰਦੀ ਹੈ ਜਾਂ ਮਾਰਕੀਟਿੰਗ ਹੁੰਦੀ ਹੈ, ਉਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਸਰਚ ਇੰਜਨ ਦੇ ਵਿੱਚ ਕੀਵਰਡ ਭਰਦੇ ਹੈਗੇ ਆ ਤੇ ਉਸ ਦੇ ਵਿੱਚ ਜੇ ਮੰਨ ਲਓ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਦਾ ਭਰਦੇ ਆ ਤੇ ਮੈਂ ਜੇ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਦੀ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦਾ ਹੈਗਾ ਜਾਂ ਆਪਣੇ ਗਵਰਨਮੈਂਟ ਪੋਲੀਟੈਕਨਿਕ ਕਾਲਜ ਦੀ ਜਿਹੜੀ ਹੈਗੀ ਆ ਕਰਨਾ ਚਾਹੁੰਦਾ ਹੈਗਾ ਤੇ ਉਹ ਮੈਂ ਉਸ ਦੇ ਵਿੱਚ ਜਿਹੜਾ ਹੈਗਾ ਵਾ ਪੇ ਕਰਾਂਗਾ ਤੇ ਉਹਦੇ ਵਿੱਚ ਜਦੋਂ ਸਰਚ ਮਾਰਨਗੇ ਲੋਕੀ ਤੇ ਸਭ ਨਾਲੋਂ ਉੱਪਰ ਮੇਰੀ ਜਿਹੜੀ ਹੈਗੀ ਆ ਉਹ ਜਿਹੜਾ ਰਿਜ਼ਲਟ ਆਏਗਾ ਮੇਰਾ ਵੈਬ ਪੇਜ ਆਏਗਾ ਜਾਂ ਮੇਰਾ ਫੇਸਬੁੱਕ ਪੇਜ ਆਏਗਾ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਜਿਹੜਾ ਤਰੀਕਾ ਹੁੰਦਾ ਵਾ ਇਸ ਦੇ ਵਿੱਚ ਬਿਡਿੰਗ ਹੁੰਦੀ ਆ, ਤੁਸੀਂ ਬਿਡ ਕਰਦੇ ਆ ਆਨਲਾਈਨ, ਜਿਹੜਾ ਸਭ ਨੂੰ ਹਾਈਐਸਟ ਪੈਸੇ ਦਿੰਦਾ ਹੈਗਾ ਉਸ ਦਾ ਸਭ ਨੂੰ ਉੱਪਰ ਹੁੰਦਾ ਹੈਗਾ ਐਂਡ ਸੋ ਔਨ। ਸੋ ਉਸ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਜਿਹੜੀ ਹੈਗੀ ਆ ਜੇ ਇਸ ਦੇ ਵਿੱਚ ਤੁਸੀਂ ਗੂਗਲ ਦੇ ਵਿੱਚ ਸਰਚ ਮਾਰ ਕੇ ਦੇਖੋ ਕੋਈ ਵੀ ਕਿਸੇ ਵੀ ਚੀਜ਼ ਦੇ ਵਿੱਚ ਸਭ ਨੂੰ ਪਹਿਲਾਂ ਜਿਹੜਾ ਉੱਪਰ ਆਉਂਦੇ ਆ ਸਪਾਂਸਰਡ ਐਡ ਆਉਂਦੀ ਹੈ ਜਾਂ ਸਪਾਂਸਰਡ ਰਿਜ਼ਲਟ ਲਿਖਿਆ ਹੁੰਦਾ ਹੈਗਾ। ਉਹ ਜਿਹੜਾ ਸਪਾਂਸਰਡ ਰਿਜ਼ਲਟ ਹੁੰਦਾ ਵਾ ਉਹ ਜਿਹੜਾ ਹੈਗਾ ਵਾ
ਉਹ ਜਿਹੜਾ ਹੈਗਾ ਵਾ ਉਹ ਜਿੱਦਾਂ ਮੈਂ ਤੁਹਾਨੂੰ ਦਿਖਾਉਣਾ ਇਸ ਵਿੱਚ ਹੁਣ ਮੇਰੇ ਕੋ ਚਲੋ ਇਸ ਬਾਰੇ ਮੈਂ ਬਾਅਦ ਦੇ ਵਿੱਚ ਦਿਖਾਵਾਂਗਾ, ਬਾਅਦ ਦੇ ਵਿੱਚ ਆਨਲਾਈਨ ਕਰਾਂਗਾ। ਇਸ ਵੇਲੇ ਆਫਲਾਈਨ ਕੀਤਾ ਪਿਆ ਹੈਗਾ, ਸੋ ਆਨਲਾਈਨ ਕਰਕੇ ਬਾਅਦ ਸੋ ਜਿਹੜਾ ਹੈਗਾ ਵਾ, ਜਦੋਂ ਤੁਸੀਂ ਆਪ ਵੀ ਸਰਚ ਮਾਰ ਕੇ ਦੇਖ ਲੈਣਾ, ਕੋਈ ਵੀ ਕਿਸੇ ਵੀ ਟੌਪਿਕ ਤੇ ਮਾਰੋਗੇ, ਜਿਹੜੇ ਸਭ ਨੂੰ ਪਹਿਲਾਂ ਰਿਜ਼ਲਟ ਆਉਣਗੇ ਉਹ ਇਹੀ ਜਿਹੜੀ ਹੈਗੀ ਐਡਵਰਟਾਈਜ਼ਿੰਗ ਹੁੰਦੀ, ਸਰਚ ਇੰਜਨ ਮਾਰਕੀਟਿੰਗ ਵੀ ਕਹਿੰਦੇ, ਸਰਚ ਇੰਜਨ ਐਡਵਰਟਾਈਜ਼ਿੰਗ ਵੀ ਕਹਿੰਦੇ ਹੈਗੇ। ਤੇ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਹੋ, ਪੇ ਪਰ ਕਲਿੱਕ ਜਿਹੜੀ ਹੁੰਦੀ ਹੈ, ਜਿੰਨੇ ਕਲਿੱਕ ਤੁਹਾਡੇ ਉੱਤੇ ਕਰਦੇ ਉਨੇ ਤੁਸੀਂ ਪੈਸੇ ਉਸ ਵਿੱਚ ਦਿੰਦੇ ਹੈਗੇ। ਸੋ ਤੀਸਰਾ ਜਿਹੜਾ ਹੁੰਦਾ ਸੋਸ਼ਲ ਮੀਡੀਆ ਐਕਸਪਰਟ ਹੈਗਾ ਵਾ। ਸੋ ਇਸ ਦੇ ਵਿੱਚ ਜਿਹੜੀ ਹੈ PPC ਐਗਜ਼ੀਕਿਊਟਿਵ ਹੁੰਦੇ ਆ, ਜਿਹੜੇ ਇਸ ਚੀਜ਼ ਦੇ ਨਾਲ ਸਰਚ ਇੰਜਨ ਦੇ ਨਾਲ ਜਿਹੜੇ ਹੈਗੇ ਆ ਐਕਸਪਰਟ ਹੁੰਦੇ ਆ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ। ਸੋ ਜਿਹੜੀ ਗੂਗਲ ਹੈਗੀ ਆ ਉਹ ਡਿਸਾਈਡ ਕਰਦੀ ਹੈ, ਇੱਕ ਤਾਂ ਸਭ ਨਾਲੋਂ ਜ਼ਿਆਦਾ ਜਿਹੜਾ ਪੇ ਕਰਦਾ ਹੈਗਾ ਵਾ ਬਿਡਿੰਗ ਦੇ ਵਿੱਚ, ਪਲੱਸ ਉਹ ਦੇਖਦੀ ਹੈ ਕੁਆਲਿਟੀ ਉਸ ਚੀਜ਼ ਦੀ, ਕਿ ਉਹ ਕਿੰਨੀ ਵਧੀਆ ਕੁਆਲਿਟੀ ਜਿਹੜੀ ਪ੍ਰੋਵਾਈਡ ਕਰਦਾ ਪਿਆ ਹੈਗਾ, ਉਸ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਹੈ ਤੁਹਾਡਾ ਸਰਚ ਰਿਜ਼ਲਟ ਦੇ ਵਿੱਚ ਸਭ ਨੂੰ ਉੱਪਰ ਹੁੰਦਾ ਹੈਗਾ ਰਿਜ਼ਲਟ। ਉਸ ਤੋਂ ਬਾਅਦ ਸੋਸ਼ਲ ਮੀਡੀਆ ਐਕਸਪਰਟ ਚਾਹੀਦਾ ਹੈਗਾ। ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀਆਂ ਹੈਗੀਆਂ ਵਾ, ਕਿਉਂਕਿ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਇਸ ਵੇਲੇ ਜਿਹੜਾ ਹੈਗਾ ਵਾ ਤੁਸੀਂ ਦੇਖ ਰਹੇ ਆ, ਕੋਵਿਡ-19 ਕਰਕੇ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਉਛਾਲ, ਔਰ ਉਹਦੇ ਨਾਲ ਜਿਹੜਾ ਹੈਗਾ ਵਾ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਦੇ ਜਿਹੜੇ ਐਕਸਪਰਟ ਹੈਗੇ ਆ, ਉਹਨਾਂ ਦੀ ਡਿਮਾਂਡ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ, ਠੀਕ ਹੈ। ਔਰ ਉਸ ਦੇ ਵਿੱਚ ਇਹ 1/3 ਆਫ ਦਾ ਪਾਪੂਲੇਸ਼ਨ ਟੋਟਲ ਵਰਲਡ ਦੀ ਜਿਹੜੀ ਹੈਗੀ ਆ ਉਹ ਇਸ ਵੇਲੇ ਸੋਸ਼ਲ ਮੀਡੀਆ ਨੂੰ ਯੂਜ਼ ਕਰਦੀ ਪਈ ਹੈਗੀ। ਸੋ ਜਿੰਨੀਆਂ ਵੀ ਜਿਹੜੀਆਂ ਮਾਰਕੀਟਿੰਗ ਕੰਪਨੀਜ਼ ਹੈਗੀਆਂ ਵਾ, ਉਹ ਜਿਹੜੀਆਂ ਦੇ ਆਰ ਲੁਕਿੰਗ ਟੂ ਕੈਪੀਟਲਾਈਜ਼ ਔਨ ਦਿਸ ਯੂਨੀਕ ਮਾਰਕੀਟਿੰਗ ਓਪਰਚੁਨਿਟੀ। ਸੋ ਜੇ ਤੁਸੀਂ ਸੋਸ਼ਲ ਮੀਡੀਆ ਐਕਸਪਰਟ ਹੈਗੇ ਆ ਤੇ ਸਭ ਤੋਂ ਪਹਿਲਾਂ IT ਐਕਸਪਰਟ ਹੋਵੋਗੇ, ਫਿਰ ਦੈਨ ਯੂ ਵਿਲ ਬੀ ਸੋਸ਼ਲ ਮੀਡੀਆ ਐਕਸਪਰਟ। ਈਮੇਲ ਮਾਰਕੀਟਿੰਗ, ਸੋ ਈਮੇਲ ਦੇ ਨਾਲ ਜਿਹੜੀ ਮਾਰਕੀਟਿੰਗ ਕਰਨਾ ਉਹਨੂੰ ਆਪਾਂ ਈਮੇਲ ਕਹਿੰਦੇ ਹੈਗੇ ਆ, ਠੀਕ ਹੈ। If you have a large email list and you know how to leverage it, you can make large amounts of income every month with almost no work. If you want to be someone who has employers knocking down your door, instead of spending hours and hours every day searching for new clients, learn email marketing. So instead ਜਿਹੜੀ ਹੈਗੀ ਆ ਨਿਊ ਕਲਾਇੰਟਸ ਨੂੰ ਸਰਚ ਕਰਨ ਦੀ ਬਜਾਏ, ਜੇ ਤੁਹਾਡੇ ਕੋਲ ਈਮੇਲਸ ਪਈਆਂ ਹੈਗੀਆਂ, ਈਮੇਲਸ ਬਹੁਤ ਜ਼ਿਆਦਾ ਲਾਰਜ ਅਮਾਊਂਟ ਆਫ ਈਮੇਲਸ ਹੈਗੀਆਂ, ਤੁਸੀਂ ਜਿਹੜਾ ਹੈਗਾ ਵਾ ਵਿਦਆਊਟ ਐਨੀ ਜਿਹੜਾ ਹੈਗਾ ਕੰਮ, ਤੁਸੀਂ ਆਪਣਾ ਜੇ ਤੁਹਾਨੂੰ ਪਤਾ ਹੈਗਾ ਕਿ ਈਮੇਲਸ ਨੂੰ ਕਿੱਦਾਂ ਯੂਜ਼ ਕਰਨਾ ਹੈਗਾ, ਉਸ ਈਮੇਲ ਦੇ ਡਾਟਾਬੇਸ ਨੂੰ ਕਿੱਦਾਂ ਯੂਜ਼ ਕਰਨਾ ਹੈਗਾ ਵਾ ਕਸਟਮਰਸ ਨੂੰ ਐਡਵਰਟਾਈਜ਼ ਕਰਨ ਦੇ ਲਈ, ਤੇ ਇਹ ਜਿਹੜਾ ਹੈਗਾ ਬੜਾ ਜ਼ਬਰਦਸਤ ਉਹਦੇ ਵਿੱਚ ਇੱਕ ਫੀਲਡ ਹੈਗਾ ਵਾ ਈਮੇਲ ਮਾਰਕੀਟਿੰਗ ਵਾਲਾ। ਇਹਦੇ ਵਿੱਚ ਵੀ ਤੁਸੀਂ ਐਕਸਪਰਟਾਈਜ਼ ਹੋਵੇ ਤਾਂ ਬਹੁਤ ਜ਼ਿਆਦਾ ਡਿਮਾਂਡ ਹੈਗੀ ਇਸ ਦੀ ਵੀ। ਮੋਬਾਈਲ ਮਾਰਕੀਟਿੰਗ ਹੈਗੀ ਆ, ਮੋਬਾਈਲ ਨੂੰ ਯੂਜ਼ ਕਰਨਾ ਮਾਰਕੀਟਿੰਗ ਦੇ ਲਈ। ਵਨ ਆਫ ਦਾ ਮੋਸਟ ਸੌਟ ਆਫਟਰ ਐਂਡ ਯੈਟ ਮੋਸਟ ਓਵਰਲੁਕਡ ਸਕਿੱਲਸ ਇਜ਼ ਦਾ ਆਰਟ ਆਫ ਮੋਬਾਈਲ ਮਾਰਕੀਟਿੰਗ. While there are plenty of similarities between desktop and mobile marketing, there are also enough differences to make this an essential standalone skill. To add real value to the company, you need to understand these differences and why they are important to the rest of the businesses. So mobile ਤੇ desktop marketing ਸਮਝਣਾ ਬੜਾ ਜ਼ਰੂਰੀ ਹੈ ਡਿਫਰੈਂਸ ਨੂੰ। ਦੈਨ ਉਸ ਦੇ ਵਿੱਚ ਜਿਹੜੀ ਹੈਗੀ ਆ ਬਹੁਤ ਜ਼ਬਰਦਸਤ ਜਿਹੜੀਆਂ ਹੈਗੀਆਂ ਵਾ ਡਿਜੀਟਲ ਮਾਰਕੀਟਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਓਪਰਚੁਨਿਟੀਜ਼ ਹੈਗੀਆਂ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਬਹੁਤ ਸਾਰੇ ਲੋਕ ਮੋਬਾਈਲ ਦੇ ਉੱਤੇ ਅਸੈਸ ਕਰਦੇ ਹੈਗੇ, ਡੈਸਕਟਾਪ ਦੇ ਉੱਤੇ ਨਹੀਂ ਅਸੈਸ ਕਰਦੇ ਪਏ। ਸੋ ਉਸ ਚੀਜ਼ ਨੂੰ ਜਿਹੜਾ ਹੈਗਾ ਦੇਖਣਾ ਕਿ ਮੋਬਾਈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਾਂ ਉਹ ਜਿਹੜੀ ਹੈਗੀ ਆ ਕਿਹੜੀ ਕਿਹੜੀਆਂ ਚੀਜ਼ਾਂ ਯੂਜ਼ ਕਰਦੇ, ਕਿਹੜੀਆਂ ਕਿਹੜੀਆਂ ਐਪਸ ਜ਼ਿਆਦਾ ਯੂਜ਼ ਕਰਦੇ, ਉਹਦੇ ਵਿੱਚ ਕਿੱਦਾਂ ਆਪਾਂ ਐਡਵਰਟਾਈਜ਼ ਕਰ ਸਕਦੇ ਹੈਗੇ। ਉਸ ਤੋਂ ਬਾਅਦ ਐਨਾਲਿਟਿਕਸ ਹੈਗਾ। ਐਨਾਲਿਟਿਕਸ ਦੀ ਜਿਹੜੀ ਐਕਸਪਰਟੀਜ਼ ਹੁੰਦੀ ਆ ਉਹ ਵੀ ਬੜੀ ਇੰਪੋਰਟੈਂਟ ਹੈਗੀ ਆ। So analytics है कि analytics give you access to truckloads of data about your customers and your brand's online presence. By making sense of this data, you can make more informed decisions and improve your marketing efforts. This in turn can help you optimize your return from digital marketing. Analytics ਜਿਹੜੀ ਹੈਗੀ ਆ ਇੱਕ ਬੜੀ ਜਿਹੜੀ ਹੈਗੀ ਕਸਟਮਰਸ ਦੇ ਬਾਰੇ ਜਿਹੜਾ ਹੈਗਾ ਵਾ ਤੁਹਾਨੂੰ ਜਿਹੜਾ ਹੈਗਾ ਡਾਟਾ ਜਦੋਂ ਤੁਸੀਂ ਆਨਲਾਈਨ ਜਾਂਦੇ ਹੈਗੇ ਆ ਤੇ ਉਸ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਕੁਝ ਜਿਹੜਾ ਹੈਗਾ ਐਨਾਲਿਟਿਕਸ ਦੇ ਵਿੱਚ ਹੁੰਦਾ ਕਿ ਇਹ ਬੰਦੇ ਨੇ ਕਿਹੜੀ ਜਿਹੜੀ ਹੈਗੀ ਸਾਈਟ ਵਿਜ਼ਿਟ ਕੀਤੀ ਆ ਜਾਂ ਕਿਸ ਚੀਜ਼ ਦੀ ਸਰਚ ਮਾਰਦਾ ਪਿਆ ਹੈਗਾ, ਉਹ ਸਾਰੇ ਦਾ ਸਾਰਾ ਡਾਟਾ ਜਿਹੜਾ ਹੈਗਾ ਵਾ ਉਹ ਐਨਾਲਿਟਿਕਸ ਜਿਹੜਾ ਹੈਗਾ ਵਾ ਤੁਹਾਨੂੰ ਪ੍ਰੋਵਾਈਡ ਕਰਦਾ ਹੈਗਾ ਵਾ ਐਜ਼ ਏ ਜਿਹੜਾ ਹੈਗਾ ਪ੍ਰੋਡਕਟ ਮੈਂ ਸੈਲ ਕਰਨਾ ਜਦੋਂ ਤੇ ਮੈਂ ਕਸਟਮਰ ਤੱਕ ਪਹੁੰਚਣਾ ਹੈਗਾ, ਤੇ ਇਹ ਸਭ ਨੂੰ ਇੰਪੋਰਟੈਂਟ ਜਿਹੜਾ ਹੈਗਾ ਟੂਲ ਹੈ। ਇਹਦੀ ਜਿਹੜੀ ਸਪੈਸ਼ਲਾਈਜੇਸ਼ਨ ਹੈਗੀ ਆ ਉਹ ਵੀ ਬੜਾ ਜ਼ਬਰਦਸਤ ਜਿਹੜਾ ਹੈਗਾ ਡਿਜੀਟਲ ਮਾਰਕੀਟਿੰਗ ਦੇ ਵਿੱਚ ਫਾਇਦਾ ਤੁਹਾਨੂੰ ਪਹੁੰਚਾਉਂਦੀ ਹੈਗੀ ਆ। ਉਸ ਤੋਂ ਬਾਅਦ ਕੰਟੈਂਟ ਮੈਨੇਜਮੈਂਟ ਤੇ ਮਾਰਕੀਟਿੰਗ ਹੈਗੀ ਆ। A type of marketing that involves the creation and sharing of online material such as videos, blogs and social media posts.
that does not explicitly promote its brand but is intended to stimulate interest in its products or services। ਇਹ ਵੀ ਇੱਕ ਬੜੀ ਜ਼ਬਰਦਸਤ ਚੀਜ਼ ਆ। ਇਹਦੇ ਵਿੱਚ ਐਕਚੁਅਲੀ ਬ੍ਰਾਂਡ ਨੂੰ ਜਿਹੜਾ ਹੈਗਾ ਵਾ ਬਾਰੇ ਨਹੀਂ ਪ੍ਰਮੋਟ ਕਰਦੇ, ਪਰ ਇਹ ਕੋਈ ਇਦਾਂ ਦੀ ਚੀਜ਼ ਤੁਹਾਨੂੰ ਦੱਸਦੇ ਆ ਜਿਹਦੇ ਨਾਲ ਤੁਸੀਂ ਜਿਹੜੇ ਹੈਗੇ ਆ ਉਸ ਬ੍ਰਾਂਡ ਦੇ ਪ੍ਰੋਡਕਟ ਵੱਲ ਨੂੰ ਜਾਂਦੇ ਹੈਗੇ ਆ। ਕੋਈ ਇਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਆ, ਕੁਛ ਖਾਣੇ ਦੇ ਬਾਰੇ ਦੱਸਣਗੇ, ਫਿਰ ਤੁਹਾਨੂੰ ਖਾਣੇ ਤੋਂ ਬਾਅਦ ਦੱਸਣਗੇ ਵੀ ਇਹਦੇ ਇਸ ਖਾਣੇ ਨੂੰ ਬਣਾਉਣ ਦੇ ਲਈ ਇਸ ਚੀਜ਼ ਦੀ ਲੋੜ ਹੈਗੀ ਆ, ਠੀਕ ਹੈ। ਤੇ ਤੁਸੀਂ ਜਿਹੜਾ ਹੈਗਾ ਵਾ ਉਹਦੇ ਵਿੱਚ ਐਡਵਰਟਾਈਜ਼, ਜਦੋਂ ਵੀਡੀਓ ਚੱਲੇਗੀ ਨਾਲ ਐਡਵਰਟਾਈਜ਼ਰ ਜਿਹੜੇ ਹੈਗੇ ਆ ਦੱਸਣਗੇ ਕਿ ਆਹ ਫਲਾਣਾ ਪ੍ਰੈਸ਼ਰ ਕੁੱਕਰ ਯੂਜ਼ ਕਰ ਲਓ, ਠੀਕ ਹੈ, ਜਾਂ ਓਵਨ ਯੂਜ਼ ਕਰ ਲਓ, ਜਾਂ ਜਿਹੜਾ 에ਅਰ ਫਰਾਇਰ ਯੂਜ਼ ਕਰ ਲਓ, ਇਹ ਇਸ ਬ੍ਰਾਂਡ ਦਾ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੁੰਦੀ ਆ ਉਹ ਕੰਟੈਂਟ ਮੈਨੇਜਮੈਂਟ ਦੇ ਵਿੱਚ ਆਉਂਦੀ ਹੈਗੀ। ਉਸ ਤੋਂ ਬਾਅਦ ਮਾਰਕੀਟਿੰਗ ਆਟੋਮੇਸ਼ਨ। Marketing automation is a technology that manages marketing processes and multifunctional campaigns across multiple channels automatically। ਠੀਕ ਹੈ, ਇਸ ਦੇ ਵਿੱਚ ਜਿਹੜੀ ਹੈਗੀ ਆ ਸੇਮ ਈਮੇਲ ਜਿਹੜੀ ਹੈਗੀ ਆ ਉਹ ਮਾਰਕੀਟਿੰਗ ਜਿਹੜੀ ਹੈਗੀ ਆ ਉਹਦੇ ਨਾਲ ਰਿਲੇਟਡ ਹੈਗੀ ਆ। ਇਸ ਦੇ ਵਿੱਚ ਜਿਹੜੀ ਹੈਗੀ ਆ ਈਮੇਲਸ ਨੂੰ ਯੂਜ਼ ਕਰਦੇ ਹੈਗੇ ਆ। ਇੱਕ ਐਗਜ਼ਾਮਪਲ ਹੈਗੀ ਆ ਮਾਰਕੀਟਿੰਗ ਆਟੋਮੇਸ਼ਨ ਦੀ ਕਿ ਉਸ ਚੀਜ਼ ਦਾ ਈਮੇਲ ਮਾਰਕੀਟਿੰਗ ਦਾ ਵੀ ਇਹ ਹਿੱਸਾ ਹੈਗੀ ਆ। ਜਿੱਦਾਂ ਵੈਲਕਮ ਈਮੇਲਸ ਜਿਹੜੀਆਂ ਹੈਗੀਆਂ ਸੈਂਡ ਕਰਨਾ, ਠੀਕ ਹੈ, ਰਿਮਾਈਂਡਰ ਈਮੇਲ ਸੈਂਡ ਕਰਨਾ, ਜਾਂ ਸਰਵੇ ਐਂਡ ਫੀਡਬੈਕ ਈਮੇਲ ਸੈਂਡ ਕਰਨਾ। ਤੁਹਾਡੇ ਕੋਲ ਈਮੇਲਸ ਪਈਆਂ ਹੈਗੀਆਂ, ਤੁਹਾਡੇ ਕੋਲ ਆਟੋਮੈਟਿਕਲੀ ਤੁਸੀਂ ਜਿਹੜਾ ਹੈਗਾ ਵਾ ਪ੍ਰੋਸੈਸ ਜਿਹੜਾ ਕੀਤਾ ਕਿ ਇੰਨੀ ਦੇਰ ਬਾਅਦ ਇਹਨਾਂ ਨੂੰ ਵੈਲਕਮ ਈਮੇਲ ਸੈਂਡ ਕਰਨੀ। ਜਦੋਂ ਕਸਟਮਰ ਕੋਈ ਆਉਂਦਾ ਉਹਨੂੰ ਵੈਲਕਮ ਈਮੇਲ, ਕੋਈ ਚੀਜ਼ ਖਰੀਦਦਾ ਉਹਨੂੰ ਵੈਲਕਮ ਈਮੇਲ, ਜਾਂ ਵੈਬਸਾਈਟ ਦੇ ਉੱਤੇ ਸਾਡੇ ਆਉਂਦਾ ਉਹਨੂੰ ਵੈਲਕਮ ਈਮੇਲ ਆਪਾਂ ਜਿਹੜੀ ਹੈਗੀ ਹੈ ਸੈਂਡ ਕਰਦੇ ਆ। ਉਸ ਤੋਂ ਬਾਅਦ ਜਿਹੜੀ ਹੈਗੀ ਆ ਜੇ ਉਹ ਚੀਜ਼ ਉਹਨੇ ਕੋਈ ਕਾਰਟ ਹੈਗਾ ਉਹਨੇ ਖਰੀਦਣ ਲਈ ਮਾਰਕ ਕੀਤੀ ਆ ਜਾਂ ਇੰਟਰਸਟ ਸ਼ੋ ਕੀਤਾ ਤੇ ਉਹਨੂੰ ਆਪਾਂ ਰਿਮਾਈਂਡਰ ਈਮੇਲ ਜਿਹੜੀਆਂ ਸੈਂਡ ਕਰਦੇ ਹੈਗੇ। ਉਸ ਤੋਂ ਬਾਅਦ ਜਦੋਂ ਉਹ ਖਰੀਦ ਲੈਂਦਾ ਹੈਗਾ ਫਿਰ ਉਸਦੀ ਸਰਵੇ ਜਾਂ ਫੀਡਬੈਕ ਲੈਣਾ। ਸਰਵੇ ਵੀ ਲੈਣਾ ਵੀ ਤੁਹਾਨੂੰ ਕੀ ਚੀਜ਼ ਦੀ ਰਿਕੁਆਇਰਮੈਂਟ ਹੈ, ਹੋਰ ਫੀਡਬੈਕ ਜੇ ਵੀ ਤੁਸੀਂ ਜਿਹੜੀ ਹੈਗੀ ਆ ਇਹ ਸਰਵਿਸ ਜਾਂ ਇਸ ਪ੍ਰੋਡਕਟ ਦੇ ਬਾਰੇ ਤੁਹਾਡੇ ਕੀ ਖਿਆਲ ਹੈ। ਉਸ ਤੋਂ ਬਾਅਦ UX ਡਿਜ਼ਾਈਨ ਹੈਗਾ ਵਾ। ਜਿਹੜਾ UX ਡਿਜ਼ਾਈਨ ਹੈਗਾ ਵਾ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਡਾਇਰੈਕਟਲੀ ਰਿਸਪੌਂਸੀਬਲ ਨਹੀਂ ਹੁੰਦੇ, ਕਸਟਮਰ ਦੇ ਨਾਲ ਨਹੀਂ ਰਿਲੇਟਡ ਹੁੰਦੇ। ਇਹ ਬੇਸਿਕਲੀ ਜਿਹੜੀ ਹੈਗੀ ਆ ਜਿਹੜੇ ਹੈਗੇ ਆ ਪ੍ਰੋਡਕਟਸ ਤੇ ਵੈਬਸਾਈਟ ਹੈਗੀ ਆ ਉਹਨਾਂ ਨੂੰ ਯੂਜ਼ ਕਰਨਾ ਜਿਹੜਾ ਹੈਗਾ ਈਜ਼ੀ ਬਣਾਉਂਦੇ। ਉਹ ਸਾਰੇ ਦਾ ਸਾਰਾ ਜਿਹੜਾ ਹੈਗਾ UX ਡਿਜ਼ਾਈਨ ਦੇ ਵਿੱਚ ਹੁੰਦਾ ਕਿ ਜਿਹੜੀ ਮੰਨ ਲਓ ਫੇਸਬੁੱਕ ਯੂਜ਼ ਕਰਦੇ ਪਏ ਉਹਨੂੰ ਕਿੱਦਾਂ ਜਿਹੜੇ ਹੈਗੇ ਆ ਜਿਹੜੇ ਵੀ ਕਸਟਮਰ ਆਉਂਦੇ ਆ ਉਹ ਕਿੱਦਾਂ ਉਹਨੂੰ ਈਜ਼ੀਲੀ ਯੂਜ਼ ਕਰ ਸਕਣ। ਉਸ ਤੋਂ ਬਾਅਦ ਡਿਜੀਟਲ ਮਾਰਕੀਟਿੰਗ ਇਨ ਇੰਡੀਆ। ਠੀਕ ਹੈ, ਡਿਜੀਟਲ ਮਾਰਕੀਟਿੰਗ is growing at a rate of 25 to 30% in India annually, and if statistics are to be believed, India has reached 500 million users of the internet by the end of 2018. India also has the world's largest Facebook population. The high-speed digitization, online portals, social media channels, etc. lead to the growth of digital marketing in a trend par imagination। बड़ी जबरदस्त डिजिटल मार्केटिंग की ग्रोथ हो रही है 25 to 30% एनुअली। 500 मिलियन यूजर्स है इस वे इंटरनेट के, और वर्ल्ड की लार्जेस्ट फेसबुक पॉपूलेशन हैगी इंडिया के विच। सो इस करके डिजिटल मार्केटिंग बड़ा जबरदस्त तरीके दे नाल इंडिया के विच वध रहा है। इंडियन गवर्नमेंट प्रमोट्स डिजिटल इंडिया from 69 million online shoppers in 2016 and more than 100 millions in 2017, India has seen a stark rise in the internet population. Ever since the launch of Digital India in 2015 as an initiative to improve online infrastructure and digital empowerment, there has been mushrooming of complete market of startups, services, and more than connect people globally. It has resulted in the rise of active internet users, mobile connections, social media traffic, and more. So 2016 ਦੇ ਵਿੱਚ 69 ਸੀਗੇ, 2017 ਦੇ ਵਿੱਚ 100 ਮਿਲੀਅਨ ਹੋ ਗਏ ਯੂਜ਼ਰਸ ਆਨਲਾਈਨ ਸ਼ਾਪਰਸ ਜਿਹੜੇ ਸੀਗੇ। ਠੀਕ ਆ, ਆਲਰੇਡੀ ਜ਼ਬਰਦਸਤ ਰਾਈਜ਼ ਹੁੰਦੀ ਪਈ ਆਨਲਾਈਨ ਸ਼ਾਪਿੰਗ ਦੇ ਵਿੱਚ। ਇਹਦੇ ਨਾਲ ਬਹੁਤ ਸਾਰੀਆਂ ਸਟਾਰਟਅਪਸ ਜਿੱਦਾਂ ਫਲਿੱਪਕਾਰਟ ਹੋ ਗਈ, ਠੀਕ ਹੈ, ਮਿੰਤਰਾ ਹੋ ਗਈ, ਕਿੰਨੀਆਂ ਤੁਸੀਂ ਦੇਖਦੇ ਹੈਗੇ ਆ ਆਨਲਾਈਨ ਜਿਹੜੀਆਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਨਲਾਈਨ ਜਿਹੜੇ ਹੈਗੇ ਕਸਟਮਰਸ ਜਿਹੜੇ ਹੈਗੇ ਆ ਉਹ ਵਧਣ ਕਰਕੇ ਹੋ ਗਈਆਂ। ਇਹਦੇ ਨਾਲ ਮੋਬਾਈਲ ਕਨੈਕਸ਼ਨ ਵੱਧ ਗਏ, ਸੋਸ਼ਲ ਮੀਡੀਆ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਕਿਉਂਕਿ ਇੰਟਰਨੈਟ ਯੂਜ਼ਰ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵੱਧਦੇ ਪਏ ਹੈਗੇ। So is the role of experts in digital marketing? Digital marketing is a big umbrella under which the technical as well as non-technical skills to create a wave of popularity over the internet is covered. The industry has created a variety of
roles for individuals to seek employment and display their talent. It takes experts from the field of web designing, web development, social media consultants, brand consultants, content writers, graphic designers, artists, etc. to come together and collectively work towards creating a visual representation of idea that is easy to plant into the mind of the audience. As the industry grows, the demand for creative experts in the field is rising too, generating more employment in India and making India a hub for IT activities. So web designer हो गए, वेब डेवलपमेंट होगी, सोशल मीडिया कंसल्टेंट हो गए, ब्रांड कंसल्टेंट हो गए, ਕੰਟੈਂਟ ਰਾਈਟਰਸ ਹੋ ਗਏ, ਗ੍ਰਾਫਿਕ ਡਿਜ਼ਾਈਨਰਸ ਹੋ ਗਏ, ਆਰਟਿਸਟ ਹੋ ਗਏ, ਸਾਰੇ ਆਈਟੀ ਫੀਲਡ ਦੇ ਵਿੱਚ ਜਿਹੜੀ ਹੈਗੀ ਆ ਇਹਨਾਂ ਦੀ ਲੋੜ ਹੈਗੀ ਆ ਡਿਜੀਟਲ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਬਰਦਸਤ ਇਹਨਾਂ ਦੀ ਲੋੜ ਹੈ ਇੰਡੀਆ ਦੇ ਵਿੱਚ ਹੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਤੇ ਵੀ ਸੋ ਫਿਊਚਰ ਜਿਹੜਾ ਹੈਗਾ ਵਾ ਇਹਦੇ ਵਿੱਚ ਡਿਜੀਟਲ ਮਾਰਕੀਟਿੰਗ ਦਾ ਕੀ ਹੈਗਾ ਵਾ digital marketing, the return on the investment for business through digital platforms has exceeded than that from real life platforms. Companies are today shifting towards a more digitally empowered setup to make the most of the golden period of digital marketing that India is witnessing. About 70 to 80% of the population is dedicated to making purchases online, and e-commerce websites like Flipkart, Amazon, Myntra, etc. are making waves with their influence over the market. And all of it in a country that still has about two-thirds of the population with no access to the internet or a smartphone. As the access to the internet over a large population rises, India is to witness a revolution in terms of digitization that will soon makes India as one of the top markets in the world with the highest number of internet users. So बहुत ही ਜ਼ਬਰਦਸਤ ਫਿਊਚਰ ਹੈਗਾ ਇੰਟਰਨੈਟ ਯੂਜ਼ਰ ਜਿੱਦਾਂ ਹੀ ਵਧਣੇ ਆ ਉਸੇ ਤਰ੍ਹਾਂ ਹੀ ਆਨਲਾਈਨ ਪਰਚੇਜ਼ਸ ਵਧਣੀਆਂ ਹੈਗੀਆਂ ਜਿੱਦਾਂ ਫਲਿੱਪਕਾਰਟ ਐਮਾਜ਼ੋਨ ਮਿੰਤਰਾ AGIO ਹੋਰ ਕਿੰਨੀਆਂ ਹਜ਼ਾਰਾਂ ਹੀ ਮਤਲਬ ਸਟਾਰਟਅਪਸ ਆ ਗਏ ਬੜੇ ਬੜੇ ਸਪੈਸ਼ਲਾਈਜ਼ ਸਟਾਰਟਅਪ ਆ ਗਏ ਕੋਈ ਬ੍ਰਾਈਡਲ ਕੱਪੜੇ ਵੇਚਦਾ ਪਿਆ ਕੋਈ ਕਿਸੇ ਤਰ੍ਹਾਂ ਦੇ ਕੱਪੜੇ ਵੇਚਦਾ ਪਿਆ ਕੋਈ ਚੀਜ਼ ਵੇਚਦਾ ਪਿਆ ਕੋਈ ਜਿਹੜਾ ਹੈਗਾ ਸੌਸ ਵੇਚੀ ਜਾਂਦਾ ਹੈਗਾ ਵਾ ਠੀਕ ਆ ਕੋਈ ਪਲਾਸਟਿਕ ਦੇ ਪ੍ਰੋਡਕਟ ਵਿੱਚ ਸੋ ਆਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹ ਸਾਰੀਆਂ ਦੀ ਸਾਰੀਆਂ ਕਿਉਂ ਹੀ ਆ ਕਿਉਂਕਿ ਸਾਰੇ ਲੋਕ ਜਿਹੜੇ ਆਨਲਾਈਨ ਹੋ ਗਏ ਇੰਟਰਨੈਟ ਯੂਜ਼ਰ ਵੱਧ ਗਏ ਮੋਬਾਈਲ ਵੱਧ ਗਏ ਕੰਪਿਊਟਰ ਵੱਧ ਗਏ ਉਹਦੇ ਨਾਲ ਜਿਹੜੀ IT ਦੇ ਵਿੱਚ ਜਿਹੜੀ ਹੈਗੀ ਆ ਬਹੁਤ ਜ਼ਬਰਦਸਤ ਜਿਹੜਾ ਹੈਗਾ ਵਾ ਉਛਾਲ ਆਇਆ ਹੈਗਾ ਤੇ IT ਦੇ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਵਾ ਸਟਾਰਟਅਪ ਹੈਗੀਆਂ ਵਾ ਬਹੁਤ ਜ਼ਬਰਦਸਤ ਤਰੀਕੇ ਨਾਲ ਵਧਦੀਆਂ ਪਈਆਂ ਹੈਗੀਆਂ ਸੋ ਇਸ ਦੇ ਨਾਲ ਜਿਹੜੇ ਹੈਗੇ IT ਪ੍ਰੋਫੈਸ਼ਨਲ ਦੀ ਵੀ ਲੋੜ ਵਧੇਗੀ ਤੇ ਡਿਜੀਟਲ ਮਾਰਕੀਟਿੰਗ ਜਿਹੜੀ ਹੈਗੀ ਆ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਇੰਡੀਆ ਦੇ ਵਿੱਚ ਵਧਦੀ ਪਈ ਹੈ ਸੋ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਜਿਹੜਾ ਹੈਗਾ ਇਸ ਦੇ ਵਿੱਚ ਸਮਝ ਆ ਗਈ ਹੋਗੀ ਡਿਜੀਟਲ ਮਾਰਕੀਟਿੰਗ ਦੇ ਬਾਰੇ ਸੋ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਹੈਗੀ ਆ ਤੇ ਉਹ ਹਾਲੇ ਜਦੋਂ ਆਪਾਂ ਪ੍ਰੈਕਟੀਕਲ ਦੇ ਵੱਲ ਨੂੰ ਥੋੜਾ ਜਿਹਾ ਵੀ ਦੇਖਾਂਗੇ ਤੇ ਉਸ ਦੇ ਨਾਲ ਹੋਰ ਜ਼ਿਆਦਾ ਸਮਝ ਆਏਗੀ ਸੋ ਇਸ ਤੋਂ ਇਲਾਵਾ ਤੁਸੀਂ ਗੂਗਲ ਦੇ ਵਿੱਚ ਸਰਚ ਮਾਰ ਕੇ ਦੇਖੋ ਸੋਸ਼ਲ ਮੀਡੀਆ ਸਾਈਟਸ ਜਿਹੜੀਆਂ ਹੈਗੀਆਂ ਉਹਨੂੰ ਚਲਾ ਕੇ ਦੇਖੋ ਧੰਨਵਾਦ